Praise the Lord. So, welcome everyone. Today we are going to study about a very important subject, which is very relevant to all those who are in Christian ministry, training to be in Christian ministry, or those who are just involved in church life. ਸਵਾਗਤ ਹੈ ਸਾਰਿਆਂ ਦਾ ਤੇ ਸਭ ਨੂੰ ਜੈ ਮਸੀਹ ਕੀ। ਅੱਜ ਆਪਾਂ ਬਹੁਤ ਹੀ ਇੰਪੋਰਟੈਂਟ ਟੌਪਿਕ ਦੇ ਉੱਪਰ ਡਿਸਕਸ ਕਰਨ ਜਾ ਰਹੇ ਹਾਂ, ਜੋ ਕਿ ਹੈ ਕਾਉਂਸਲਿੰਗ, ਮਸੀਹੀ ਦੇ ਵਿੱਚ ਸਲਾਹਕਾਰੀ, ਮਸੀਹੀ ਸਲਾਹਕਾਰੀ ਜਿਹਨੂੰ ਕਹਿ ਸਕਦੇ ਆ। ਤੇ ਇਹ ਬਹੁਤ ਇੰਪੋਰਟੈਂਟ ਹੈ ਜੋ ਕਲੀਸਿਆ ਦੇ ਵਿੱਚ ਲੋਕੀ ਹੈ ਉਹਨਾਂ ਦੇ ਲਈ, ਤੇ ਖਾਸ ਕਰ ਜੋ ਟ੍ਰੇਨਿੰਗ ਦੇ ਵਿੱਚ ਨੇ ਜਾਂ ਫਿਰ ਜੋ ਸਿੱਖਦੇ ਹੈ, ਜੋ ਸਿਖਾਉਂਦੇ ਆ ਉਹਨਾਂ ਦੇ ਲਈ। So, there are two types of counseling. Of course, primarily the counseling is done by professional counselors. I must say that I am not a professional counselor. ਤੇ ਦੋ ਪ੍ਰਕਾਰ ਦੀ ਕਹਿ ਲਓ ਕਿ ਸਲਾਹਕਾਰੀ ਹੈ। ਤੇ ਇੱਕ ਦੇ ਵਿੱਚ ਹੁੰਦਾ ਹੈ ਕਿ ਪ੍ਰੋਫੈਸ਼ਨਲ, ਜਿਹੜੇ ਕਿ ਜੋ ਉਹਦੇ ਲਈ ਜਿਨ੍ਹਾਂ ਨੇ ਟ੍ਰੇਨਿੰਗ ਲਈ ਹੈ, ਜੋ ਸਿੱਖਿਆ ਹੋਇਆ, ਜਿਨ੍ਹਾਂ ਨੇ ਜੋ ਸਿਖਾਉਂਦੇ ਨੇ ਐਜ਼ ਅ ਪ੍ਰੋਫੈਸ਼ਨ। ਤੇ ਬ੍ਰਦਰ ਕਹਿ ਰਹੇ ਕਿ ਮੈਂ ਕੋਈ ਪ੍ਰੋਫੈਸ਼ਨਲ ਸਲਾਹਕਾਰ ਤੇ ਨਹੀਂ ਹਾਂ। But what we are going to talk about is Christian counseling. How do Christian ministers, Christian pastors, Christian leaders do counseling? So we are going to be focusing on Christian counseling. ਤੇ ਪਰ ਆਪਾਂ ਜੇ ਸਲਾਹਕਾਰੀ ਦੇ ਬਾਰੇ ਗੱਲ ਕਰਾਂਗੇ, ਉਹ ਹੈਗਾ ਮਸੀਹੀ ਸਲਾਹਕਾਰੀ, ਜਿਹਦੇ ਵਿੱਚ ਕਿ ਜੋ ਪਾਸਟਰਸ, ਜੋ ਆਪਣੇ ਅਗੁਵੇ ਹੈ, ਜੋ ਆਪਣੇ ਸਿਖਾਉਣ ਵਾਲੇ, ਜੋ ਲੀਡਰਸ ਹੈ, ਉਹਦੇ ਵਿੱਚ ਸਲਾਹ ਆਪਾਂ ਉਹਨਾਂ ਤੋਂ ਲੈਂਦੇ ਹਾਂ। So, what is counseling? First of all, the first question that you want to write down in your notebooks is, what is counseling? ਸਲਾਹਕਾਰੀ ਕੀ ਹੈ? ਜੋ ਪਹਿਲਾ ਆਪਾਂ ਜੋ ਪ੍ਰਸ਼ਨ ਆਪਣੀ ਕਿਤਾਬਾਂ ਦੇ ਵਿੱਚ ਲਿਖਾਂਗੇ, ਨੋਟਸ ਦੇ ਵਿੱਚ ਲਿਖਾਂਗੇ, ਉਹ ਹੋਏਗਾ ਕਿ ਸਲਾਹਕਾਰੀ ਹੈ ਕੀ ਹੁੰਦੀ ਹੈ ਕਾਉਂਸਲਿੰਗ। Counseling is to admonish somebody. Counseling is to talk to someone, reason with them, talk to them about their actions and the consequences of those actions, and then accordingly give them relevant advice. ਤੇ ਕਾਉਂਸਲਿੰਗ ਕੀ ਹੈ? ਜੋ ਸਲਾਹਕਾਰੀ ਹੈ ਉਹ ਅਸਲ 'ਚ ਕੀ ਹੁੰਦੀ ਹੈ ਕਿ ਇੱਕ ਐਸੀ ਸਲਾਹ ਜੋ ਦਿੱਤੀ ਜਾਂਦੀ ਹੈ ਜਦ ਆਪਾਂ ਅਗਲੇ ਬੰਦੇ ਨੂੰ ਮੌਕਾ ਦਿੰਦੇ ਹਾਂ, ਕਹਿ ਲਓ ਕਿ ਆਪਾਂ ਸਮਝ ਜਾਂਦੇ ਹਾਂ ਕਿ ਜੋ ਕਰ ਰਿਹਾ ਹੈ ਤੇ ਉਹਦਾ ਨਤੀਜਾ ਕੀ ਹੋਏਗਾ ਜਾਂ ਫਿਰ ਉਹ ਕਿਉਂ ਕਰ ਰਿਹਾ ਹੈ। ਸਾਰਾ ਕੁਝ ਇੱਕ ਕਹਿ ਲਓ ਕਿ ਇੱਕ ਡਿਸਕਸ਼ਨ ਹੁੰਦੀ ਹੈ ਉਹਦੇ ਵਿੱਚ ਪੂਰੀ, ਤੇ ਉਹਦੇ ਬਾਅਦ ਜੋ ਸਲਾਹ ਦਿੱਤੀ ਜਾਂਦੀ ਉਹਨੂੰ ਕਾਉਂਸਲਿੰਗ ਕਹਿੰਦੇ ਆ, ਜੋ ਐਡਵਾਈਸ ਦਿੱਤੀ ਜਾਂਦੀ ਹੈ। Just to say that counseling is not purely telling somebody what they have to do. Counseling is to show somebody that what they are doing is wrong, why it is wrong, and what possible consequences it can have upon their lives. ਤੇ ਸਿਰਫ ਇਹ ਸਲਾਹਕਾਰੀ, ਸਿਰਫ ਇੱਕ ਜੋ ਮਸੀਹ ਸਲਾਹਕਾਰੀ ਹੈ, ਉਹ ਸਿਰਫ ਆਈ ਨਹੀਂ ਹੈ ਕਿ ਅਗਲੇ ਨੂੰ ਦੱਸਣਾ ਕਿ ਕੀ ਸਹੀ ਹੈ ਤੇ ਤੁਸੀਂ ਇਹ ਨਾ ਕਰੋ ਇਸ ਤਰੀਕੇ ਨਹੀਂ, ਪਰ ਉਹਦੇ ਵਿੱਚ ਉਹਨੂੰ ਸਮਝ ਕੇ, ਉਹਨੂੰ ਸਮਝਾ ਕੇ ਸਾਰਾ ਦੱਸਿਆ ਜਾਂਦਾ ਕਿ ਜੇ ਆਪਾਂ ਗਲਤੀ ਕਰਾਂਗੇ ਜਾਂ ਫਿਰ ਇਸ ਕੰਮ ਨੂੰ ਕਰਾਂਗੇ ਤਾਂ ਉਹਦਾ ਨਤੀਜਾ ਕੀ ਹੋਏਗਾ। ਇੱਕ ਸਪਸ਼ਟ ਤਰੀਕੇ ਨਾਲ ਉਹਨੂੰ ਐਡਵਾਈਸ ਦੇਣਾ, ਉਹਦੇ ਅੱਗੇ ਦੇ ਬਾਰੇ ਦੱਸ ਕੇ। So, the aim of counseling is to, first of all, bring awareness. ਪਹਿਲੀ ਜੋ ਕੰਮ ਹੈਗਾ ਜੋ ਮਸੀਹੀ ਸਲਾਹਕਾਰੀ ਦਾ, ਉਹ ਹੈ ਕਿ ਇੱਕ ਜਾਗਰੂਕਤਾ ਲੈ ਕੇ ਆਉਣਾ, ਅਵੇਅਰਨੈਸ। So, the aim of the counseling is to bring awareness, first of all. Secondly, bring correction. ਦੂਸਰੇ ਵਾਰੀ ਪਹਿਲੇ ਗੱਲ ਤੇ ਕਿ ਜਾਗਰੂਕਤਾ ਲੈ ਕੇ ਆਉਣਾ, ਦੂਸਰਾ ਕਿ ਇੱਕ ਕਰੈਕਸ਼ਨ, ਕਿ ਉਹਨੂੰ ਸਹੀ ਕਰਨਾ ਜਿੱਥੇ ਵੀ ਕੁਝ ਗਲਤ ਹੈ। Thirdly, you need to bring conviction. ਤੀਜੇ ਨੰਬਰ ਤੇ ਹੈ ਕਿ ਉਹਨਾਂ ਨੂੰ ਕਨਵਿਕਸ਼ਨ, ਕਿ ਇੱਕ ਉਹਨਾਂ ਨੂੰ ਜਿਵੇਂ ਕਹਿੰਦੇ ਅੰਤਰ ਆਤਮਾ ਤੋਂ ਪਤਾ ਲੱਗਣਾ, ਉਹਨਾਂ ਨੂੰ ਕਨਵਿਕਸ਼ਨ ਫੀਲ ਕਰਵਾਉਣਾ। And then even we can bring repentance. ਤੇ ਉਸ ਤੋਂ ਬਾਅਦ ਕੀ ਹੈ ਕਿ ਜਿਹਦੇ ਦੁਆਰਾ ਜਦੋਂ ਆਪਾਂ ਨੂੰ ਕਨਵਿਕਸ਼ਨ ਆਏਗਾ, ਉਸ ਤੋਂ ਬਾਅਦ ਪਛਤਾਵਾ, ਕਿ ਪਛਤਾਤਾਪ ਜਿਹਨੂੰ ਕਹਿੰਦੇ ਆ, और तौबा करना भी उसको कहते हैं. ਤੌਬਾ ਕਰਨਾ। And then lastly, to bring encouragement. ਰਿਪੈਂਟੈਂਸ ਤੋਂ ਬਾਅਦ ਕੀ ਹੈ ਕਿ ਉਹਨੂੰ ਪ੍ਰੋਤਸਾਹਨ ਕਰਨਾ। So 5 things the aim of Christian counseling, not professional
secular counseling. The aim of Christian counseling is firstly to bring awareness, secondly to bring correction, thirdly to bring conviction, fourthly to bring repentance, and fifthly to bring encouragement. ਜੋ ਮਸੀਹੀ ਸਲਾਹਕਾਰੀ ਹੈ ਜਿਹਦੇ ਵਿੱਚ ਆਪਾਂ ਮਸੀਹੀ ਸਲਾਹ ਲੈਂਦੇ ਆ ਜਾਂ ਫਿਰ ਦਿੰਦੇ ਆ, ਉਹ ਦੂਸਰੀ ਜੋ ਪ੍ਰੋਫੈਸ਼ਨਲ ਜੋ ਸੈਕੂਲਰ ਜੋ ਸੰਸਾਰਿਕ ਕਹਿ ਲੋ ਕਿ ਜੋ ਕਾਉਂਸਲਿੰਗ ਹੈ ਸਲਾਹਕਾਰੀ ਹੈ ਉਸ ਤੋਂ ਵੱਖਰੀ ਹੈ, ਕਿਉਂਕਿ ਇਹਦੇ ਵਿੱਚ ਕੀ ਹੈ, ਇਹਦੇ ਵਿੱਚ ਅਵੇਅਰਨੈਸ ਕਿ ਪਹਿਲੇ ਗੱਲ ਜਾਗਰੂਕਤਾ ਤੇ ਫਿਰ ਉਸ ਤੋਂ ਬਾਅਦ ਸਹੀ ਕਰਨਾ, ਉਹਨਾਂ ਨੂੰ ਕਰੈਕਸ਼ਨ ਲੈ ਕੇ ਆਉਣਾ ਜਿੱਥੇ ਜਿੱਥੇ ਸਹੀ ਕਰਨ ਦੀ ਲੋੜ ਹੈ, ਕਨਵਿਕਸ਼ਨ ਉਹਨੂੰ ਫੀਲ ਕਰਵਾਉਣਾ, ਉਹਨੂੰ ਅੰਤਰਾਤਮਾ ਤੋਂ ਉਹਨੂੰ ਪਤਾ ਲਗਵਾਉਣਾ ਕਿ ਕੀ ਚੀਜ਼ ਹੈ, ਤੇ ਫਿਰ ਰਿਪੈਂਟੈਂਸ ਤੇ ਪਛਤਾਪ, ਤੇ ਉਸ ਤੋਂ ਬਾਅਦ ਐਨਕਰੇਜਮੈਂਟ ਤੇ ਬੜਾਵਾ ਦੇਣਾ ਉਹਨਾਂ ਨੂੰ ਸਹੀ ਕਰਨ ਦੇ ਲਈ। Now, there is a reason as to why the Christian counseling is different from secular counseling. ਇੱਥੇ ਕਈ ਕਾਰਨ ਹੈਗੇ ਆ, ਕੁਝ ਕਾਰਨ ਹੈ ਜਿਹਦੇ ਕਰਕੇ ਜੋ ਮਸੀਹੀ ਸਲਾਹਕਾਰੀ ਹੈ ਉਹ ਜੋ ਸੈਕੂਲਰ ਜੋ ਸੰਸਾਰਿਕ ਸਲਾਹਕਾਰੀ ਹੈ ਉਸ ਤੋਂ ਵੱਖਰੀ ਕਿਵੇਂ ਹੈ? The main reason it is little bit different from the worldly counseling is because we use the word of God in Christian counseling. ਜੋ ਸਭ ਤੋਂ ਵੱਡਾ ਜੋ ਕਹਿ ਲੋ ਕਿ ਇਹਦੇ 'ਚ ਫਰਕ ਹੈਗਾ ਉਹ ਹੈ ਕਿ ਜੋ ਮਸੀਹ ਸਲਾਹਕਾਰੀ ਹੈ ਉਹਦੇ ਵਿੱਚ ਕੀ ਹੈ, ਵਚਨ ਦੇ ਦੁਆਰਾ, ਪਰਮੇਸ਼ਰ ਦੇ ਵਚਨ ਦੇ ਦੁਆਰਾ ਸਲਾਹ ਦਿੱਤੀ ਜਾਂਦੀ ਹੈ। We will look at Psalm chapter 1. Whoever has Psalm chapter 1, if you can read first few verses of Psalm chapter 1, please. ਆਪਾਂ ਦੇਖਾਂਗੇ ਭਜਨ ਸੰਹਿਤਾ ਜੋ ਜ਼ਬੂਰਾਂ ਦੀ ਪੋਥੀ ਉਹਦਾ ਇੱਕ ਤੇ ਪਹਿਲੇ ਕੁਝ ਵਚਨ ਪੜਾਂਗੇ ਜੀ। ਧੰਨ ਹੈ ਉਹ ਮਨੁੱਖ ਜਿਹੜਾ ਦੁਸ਼ਟਾਂ ਦੀ ਮੱਤ ਉੱਤੇ ਨਹੀਂ ਚੱਲਦਾ, ਨਾ ਪਾਪੀਆਂ ਦੇ ਰਾਹ ਵਿੱਚ ਖੜਾ ਰਹਿੰਦਾ ਅਤੇ ਨਾ ਮਖੌਲੀਆਂ ਦੀ ਜੁੰਡੀ ਵਿੱਚ ਬਹਿੰਦਾ ਹੈ, ਪਰ ਉਹ ਯਹੋਵਾ ਦੀ ਬਵਿਸਥਾ ਵਿੱਚ ਮਗਨ ਰਹਿੰਦਾ ਅਤੇ ਦਿਨ ਰਾਤ ਉਸ ਦੀ ਬਵਿਸਥਾ ਉੱਤੇ ਧਿਆਨ ਕਰਦਾ ਹੈ। Amen. Amen. We will stop there. So this psalm talks about meditating on the word of God. ਇਹ ਜੋ ਭਜਨ ਸੰਹਿਤਾ ਹੈ ਉਹ ਗੱਲ ਕਰਦੀ ਹੈ ਪਰਮੇਸ਼ਰ ਦੇ ਵਚਨ ਦੇ ਉੱਪਰ ਮੈਡੀਟੇਟ, ਉਹਦੇ ਉੱਪਰ ਧਿਆਨ ਲਗਾਉਣ ਦੇ ਬਾਰੇ। Why? Because it is the word of God that brings correction into our life. ਕਿਉਂ? ਕਿਉਂਕਿ ਪਰਮੇਸ਼ਰ ਦਾ ਵਚਨ ਹੀ ਹੈ ਜੋ ਆਪਣੇ ਜੀਵਨ ਦੇ ਵਿੱਚ ਕਰੈਕਸ਼ਨ ਕਹਿ ਲੋ ਕਿ ਇੱਕ ਆਪਾਂ ਨੂੰ ਸਹੀ ਕਰਦਾ ਹੈ। It is the word of God that tells us how we should live our lives. ਇਹ ਪਰਮੇਸ਼ਰ ਦਾ ਵਚਨ ਹੀ ਹੈ ਜੋ ਆਪਾਂ ਨੂੰ ਦੱਸਦਾ ਹੈ ਕਿ ਆਪਾਂ ਨੂੰ ਜ਼ਿੰਦਗੀ ਕਿਵੇਂ ਗੁਜ਼ਾਰਨੀ ਚਾਹੀਦੀ ਹੈ। The word of contains all the relevant solutions to majority of the problems in life, and in fact principles for all the problems in life. ਤੇ ਜੋ ਵਚਨ ਹੈ ਉਹ ਆਪਣੇ ਜੀਵਨਾਂ ਦੇ ਲਈ ਉਹਦੇ ਕੋਲ ਹਰ ਇੱਕ ਆਲਮੋਸਟ ਸਾਰੀ ਚੀਜ਼ਾਂ ਦਾ ਕਹਿ ਲੋ ਕਿ ਹੱਲ ਹੈਗਾ, ਸੋਲੂਸ਼ਨ ਹੈ, ਤੇ ਐਸੇ ਐਸੇ ਪ੍ਰਿੰਸੀਪਲਸ ਕਹਿ ਲੋ ਐਸੇ ਐਸੇ ਉਹਦੇ 'ਚ ਹਿਦਾਇਤਾਂ ਦਿੱਤੀਆਂ ਗਈਆਂ ਨੇ ਜੋ ਆਪਣੇ ਲਈ ਬਿਹਤਰੀਨ ਨੇ। So the aim of Christian counseling is not to give advice from what I think is best, but to give advice in the light of the word of God. ਮੈਂ ਵਿਸ਼ਵਾਸ ਕਰਦਾ ਕਿ ਜੋ ਮਸੀਹੀ ਸਲਾਹਕਾਰੀ ਹੈ ਉਹਦਾ ਮਕਸਦ ਕੀ ਹੈ ਅਸਲ ਦੇ ਵਿੱਚ, ਕਿ ਸਲਾਹ ਦੇਣੀ ਪਰਮੇਸ਼ਰ ਦੇ ਵਚਨ ਦੇ ਵਿੱਚੋਂ। 2 Timothy chapter 3 verse 16. It's a famous verse, and we will look at that verse now. We will hear it from our sister. 2 Timothy chapter 3 verse 16. 2 ਤਿਮੋਥੀਉਸ 3:16। ਸਾਰੀ ਲਿਖਤ ਪਰਮੇਸ਼ਵਰ ਦੇ ਆਤਮਾ ਤੋਂ ਹੈ ਅਤੇ ਸਿੱਖਿਆ, ਤਾੜਨ, ਸੁਧਾਰਨ ਅਤੇ ਧਰਮ ਦੇ ਗਿਜਾਉਣ ਲਈ ਗੁਣਗਾਰ ਹੈ। Thank you. So we see here in these verses is the word of God is there to bring correction, bring rebuke, bring direction in our lives. ਇਸ ਵਚਨ ਦੇ ਵਿੱਚ ਦੇਖਿਆ ਕਿ ਜੋ ਪਰਮੇਸ਼ਰ ਦਾ ਵਚਨ ਹੈ, ਜੋ ਪਵਿੱਤਰ ਸ਼ਾਸਤਰ ਹੈ, ਉਹ ਉਪਦੇਸ਼ ਦੇਣ ਦੇ ਲਈ, ਸਮਝਾਉਣ ਦੇ ਲਈ, ਆਪਾਂ ਨੂੰ ਸੁਧਾਰਨ ਦੇ ਲਈ ਤੇ ਧਰਮ ਦੀ ਸਿੱਖਿਆ ਦੇ ਲਈ ਬਹੁਤ ਲਾਭਕਾਰੀ ਹੈ। So if my advice to somebody is not based on the word of God, then my advice is not correct Christian counseling.
ਤੇ ਜੇ ਮੇਰੀ ਸਲਾਹ ਜੋ ਮੈਂ ਕਿਸੇ ਨੂੰ ਵੀ ਦੇਣਾ ਜੋ ਵਚਨ ਦੇ ਉੱਪਰ ਬੇਸਡ ਨਹੀਂ ਹੈ, ਕਹ ਲੋ ਕਿ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਨਹੀਂ ਹੈ ਤੇ praise God. Yeah. So the advice, if it is not based on the word of God, then it is not correct advice. ਤੇ ਜੇ ਉਹ ਵਚਨ ਦੇ ਵਿੱਚੋਂ ਨਹੀਂ ਹੈ ਤੇ ਉਹ ਸਲਾਹ ਠੀਕ ਨਹੀਂ ਹੈ ਉਹ ਸਲਾਹ Colossians chapter 3 verse 16, we look at another verse. Colossians chapter 3 verse 16. ਆਪਾਂ ਦੇਖਾਂਗੇ ਕਲੋਸੀਆਂ ਦੇ ਵਿੱਚੋਂ ਚੈਪਟਰ 3 Verse 16. I think David has these. Yes, I will read it. ਉਹਦੇ ਵਿੱਚ ਲਿਖਿਆ ਹੈ, ਮਸੀਹ ਦੇ ਵਚਨ ਪੂਰੀ ਬੁੱਧ ਨਾਲ ਤੁਹਾਡੇ ਵਿੱਚ ਬਹੁਤਾ ਕਰਕੇ ਵਸੇ ਅਤੇ ਤੁਸੀਂ ਜ਼ਬੂਰਾਂ ਅਤੇ ਭਜਨਾਂ ਅਤੇ ਆਤਮਿਕ ਗੀਤਾਂ ਦੁਆਰਾ ਇੱਕ ਦੂਏ ਨੂੰ ਉਪਦੇਸ਼ ਦਿਆ ਕਰੋ ਅਤੇ ਚਿਤਾਰਿਆ ਕਰੋ ਅਤੇ ਕਿਰਪਾ ਨਾਲ ਪਰਮੇਸ਼ਰ ਨੂੰ ਆਪਣੇ ਮਨਾਂ ਵਿੱਚ ਗਾਇਆ ਕਰੋ। The word there, I think I picked up on that Punjabi word, ek dusre ko updesh, ek dusre ko updesh, to counsel each other. It is similar to salakari. That other word there that is mentioned, and the English word for that is to admonish each other. The Bible is saying that we are to admonish each other. We are to updesh each other. We are to, do salakari with each other. We are to counsel each other through the word of God. Because it is the word of God that brings correction in our life. Amen. ਇਸ ਵਚਨ ਦੇ ਵਿੱਚ ਆਪਾਂ ਦੇਖਿਆ ਕਿ ਆਪਾਂ ਨੂੰ ਲਿਖਿਆ ਹੈ ਕਿ ਵਚਨ ਨੂੰ ਅਧਿਕਾਈ ਸੇ ਬਸਨੇ ਦੋ ਆਪਣੇ ਹਿਰਦੇ ਮੇ ਔਰ ਇੱਕ ਦੂਸਰੇ ਨੂੰ ਸਿਖਾਓ ਔਰ ਚਿਤਾਓ ਜਿਵੇਂ ਕਿ ਬ੍ਰਦਰ ਨੇ ਦੱਸਿਆ ਕਿ ਜੋ ਇੰਗਲਿਸ਼ ਦੇ ਵਿੱਚ ਜੋ ਲਿਖਿਆ ਗਿਆ ਵਰਡ ਉਹ ਐਡਮੋਨਿਸ਼ ਲਿਖਿਆ ਗਿਆ ਕਿ ਇੱਕ ਜਸਟ ਸਿਰਫ ਐਡਵਾਈਸ ਤੋਂ ਥੋੜਾ ਜਿਹਾ ਉੱਪਰ ਕਿ ਉਹਨਾਂ ਨੂੰ ਸਮਝ ਕੇ ਉਹਨਾਂ ਨੂੰ ਐਕਸਪਲੋਰ ਕਰਨ ਦਾ ਮੌਕਾ ਦਿੱਤਾ ਜਾਏ ਤੇ ਵਚਨ ਦੇ ਵਿੱਚੋਂ advice ਦਿੱਤੀ ਜਾਏ। Amen. Now, the aim of counseling is not that I can give opportunity to the person that I'm sitting with to bring justification to their actions. और जो कह लो कि जो उपदेश देना समझाना सलाह करिए ਉਹਦਾ ਮਕਸਦ ਇਹ ਨਹੀਂ ਹੈ ਕਿ ਜੋ ਨਾਲ ਜੋ ਪਰਸਨ ਬੈਠਾ ਉਹਨੂੰ ਕਿ ਉਹ ਜੱਜ ਕਰ ਸਕੇ ਕਿ ਉਹਦੇ ਉੱਪਰ ਕਹਿ ਲੋ ਕਿ ਉਹਦਾ ਨਿਆਂ ਕਰਨ ਦੇ ਲਈ ਆਪਾਂ ਬੈਠ ਗਏ। You want to write this down that the aim of the counseling is not, the Christian counseling is not to let somebody bring justification for their wrong actions. ਆਪਾਂ ਇੱਥੇ ਲਿਖ ਸਕਦੇ ਹਾਂ ਕਿ ਜੋ ਕ੍ਰਿਸਚੀਅਨ ਜੋ ਮਸੀਹੀ ਸਲਾਹਕਾਰੀ ਹੈ ਉਹਦਾ ਮਕਸਦ ਕਦੇ ਵੀ ਆ ਨਹੀਂ ਹੈ ਕਿ ਜਿਹਨੇ ਵੀ ਜੋ ਗਲਤੀ ਕੀਤੀ ਹੈ ਉਹ ਆਪਣੇ ਆਪ ਦੀ ਗਲਤੀ ਲਕੋਏ ਆਪਣੇ ਆਪ ਨੂੰ ਜਸਟੀਫਾਈ ਕਰੇ। What is the word? What is the Punjabi word for justification? Does anybody else? ਸਫਾਈ ਦੇ ਹਾਂ। justify ਸਫਾਈ ਦੇਣਾ Safai pesh karna. Yeah, okay, yeah. When somebody tries to prove that I've not done anything wrong, it's not my fault. So that is not the aim of counseling, that we sit with somebody and we listen to their stories and we say, okay, I understand, it was not your fault, it wasn't under your control. ਜਦ ਵੀ ਆਪਾਂ ਕਿਸੇ ਦੇ ਨਾਲ ਬੈਠਦੇ ਆ ਜੋ ਆਪਣੇ ਕੋਲ ਮਸੀਹੀ ਸਲਾਹ ਲੈਣ ਆਉਂਦੇ ਆ ਤੇ ਇਹਦਾ ਮਤਲਬ ਆ ਨਹੀਂ ਹੈ ਕਿ ਜਿਸ ਆਪਾਂ ਉਹਦੇ ਨਾਲ ਬੈਠੇ ਆਪਾਂ ਉਹਦੀ ਗੱਲ ਸੁਣੀਏ ਤੇ ਆਪਾਂ ਉਹਨੂੰ ਕਹੀਏ ਕਿ ਕੋਈ ਗੱਲ ਨਹੀਂ ਸਭ ਠੀਕ ਹੈ ਕਿ ਐਵੇਂ ਹੋ ਜਾਂਦਾ ਹੈ, ਪਰ ਉਹਦਾ ਹੈ ਕਿ ਇਸ ਤਰੀਕੇ ਨਹੀਂ ਕਿ ਉਹਨੇ ਆਪਣੀ ਗਲਤੀ ਕਿਸੇ ਹੋਰ ਦੇ ਉੱਪਰ ਪਾ ਦਿੱਤੀ ਤੇ ਉਹਨੇ ਕਿਹਾ ਕਿ ਆਪਣੇ ਆਪ ਨੂੰ ਜਸਟੀਫਾਈ ਕਿ ਆਪਣੀ ਸਫਾਈ ਦੇਣ ਦੀ ਕੋਸ਼ਿਸ਼ ਕੀਤੀ ਤੇ ਬਸ ਗੱਲ ਉੱਥੇ ਹੀ ਖਤਮ ਹੋ ਗਈ। So that is not the aim of Christian counseling. We cannot allow people to bring justification for their actions. ਤੇ ਇਹ ਮਸੀਹ ਕਹਿ ਲੋ ਕਿ ਸਲਾਹਕਾਰੀ ਨਹੀਂ ਹੈ ਕਿ ਜਸਟ ਕਿ ਕਿਸੇ ਕੋਈ ਵੀ ਪਰਸਨ ਹੈ ਜਿਹਨੂੰ ਸਲਾਹ ਚਾਹੀਦੀ ਹੈ ਉਹਨੇ ਆਪਣੇ ਆਪ ਨੂੰ ਜਸਟੀਫਾਈ ਕਿ ਆਪਣੀ ਸਫਾਈ ਦੇ ਦਿੱਤੀ ਤੇ ਆਪਾਂ ਉਹਨੂੰ ਸੁਣ ਲਿਆ ਤੇ ਇਹ ਮਸੀਹ ਸਲਾਹਕਾਰੀ ਨਹੀਂ ਹੈ ਸੱਚੀ। Now, we will look at one incident in the Bible in Genesis chapter 4 verses 9 and 10. Genesis chapter 4 verses 9 and 10. Sister, if you can get ready quickly. We will look at an incident there where God is talking to Adam and Eve, and we will see here, not Adam and Eve, sorry, he's talking to
ਕਾਇਨ Cain. So you will see what God said here in this story. ਤਾਂ ਯਹੋਵਾ ਨੇ ਕਾਇਨ ਨੂੰ ਆਖਿਆ ਤੇਰਾ ਭਰਾ ਹਾਬਲ ਕਿੱਥੇ ਹੈ ਉਸਨੇ ਆਖਿਆ ਮੈਂ ਨਹੀਂ ਜਾਣਦਾ ਭਲਾ ਮੈਂ ਆਪਣੇ ਭਰਾ ਦਾ ਰਾਖਾ ਹਾਂ ਫਿਰ ਉਸਨੇ ਆਖਿਆ ਕਿ ਤੈਂ ਕੀ ਕੀਤਾ ਤੇਰੇ ਭਰਾ ਦੇ ਲਹੂ ਦੀ ਆਵਾਜ਼ ਜ਼ਮੀਨ ਵੱਲੋਂ ਮੇਰੇ ਅੱਗੇ ਦੁਹਾਈ ਦਿੰਦੀ ਹੈ You see, in these verses, we know the story is about Cain and Abel when Cain killed his brother Abel, and God knew about it. ਆਪਾਂ ਇਸ ਕਹਾਣੀ ਦੇ ਵਿੱਚ ਦੇਖਦੇ ਆ ਕਿ ਜੋ ਦੋ ਭਰਾਵਾਂ ਦੀ ਕਹਾਣੀ ਸੀ ਤੇ ਜੋ ਕਾਇਨ ਸੀਗਾ ਉਹਨੇ ਕੇਨ ਲਿਖਿਆ ਤੇ ਕੇਨ ਨੇ ਆਪਣੇ ਭਰਾ ਨੂੰ ਮਾਰ ਦਿੱਤਾ ਤੇ ਉਹਨੂੰ ਉੱਥੇ ਛੁਪਾ ਦਿੱਤਾ ਮਾਰ ਕੇ ਤੇ ਪਰਮੇਸ਼ਰ ਇਸ ਚੀਜ਼ ਨੂੰ ਜਾਣਦੇ ਸੀ ਤੇ ਪਰਮੇਸ਼ਰ ਨੇ ਪੁੱਛਿਆ ਕਿ ਤੇਰਾ ਭਾਈ Where is your brother? God asked him. So here, God knows where Cain's brother is, right? God knew. परमेश्वर जानता था कि उसने अपने भाई को कत्ल कर दिया उसने अपने भाई को जो है मर्डर कर दिया God knew that very very well but we see first example of God confronting an example of God confronting somebody in very early part of the Bible. So he confronts Cain there, and even though God knew that Cain had killed his brother, he still asks him that question. Does anybody know why? ਜਾਣਦੇ ਇਸ ਕਹਾਣੀ 'ਚ ਕਿ ਪਰਮੇਸ਼ਰ ਨੂੰ ਪਤਾ ਸੀਗਾ ਪਰਮੇਸ਼ਰ ਸੱਚਮੁੱਚ ਜਾਣਦੇ ਸੀਗੇ ਕਿ ਜੋ ਕੇਨ ਹੈ ਉਹਨੇ ਆਪਣੇ ਭਾਈ ਹਾਬਿਲ ਨੂੰ ਕਤਲ ਕਰ ਦਿੱਤਾ ਤੇ ਉਹਨੂੰ ਛੁਪਾ ਦਿੱਤਾ ਹੈ ਮਾਰ ਕੇ ਤੇ ਪਰਮੇਸ਼ਰ ਇਸ ਚੀਜ਼ ਨੂੰ ਜਾਣਦੇ ਸੀ ਪਰ ਫਿਰ ਵੀ ਪਰਮੇਸ਼ਰ ਨੇ ਉਹਨੂੰ ਪੁੱਛਿਆ ਤੇ ਇੱਕ ਬਾਈਬਲ ਦੇ ਵਿੱਚ ਕਹਿ ਲਓ ਕਿ ਸ਼ੁਰੂਆਤੀ ਜੋ ਚੈਪਟਰਸ ਹੈਗੇ ਉਹਨਾਂ ਦੇ ਵਿੱਚ ਇਹ ਸਭ ਤੋਂ ਪਹਿਲਾਂ ਮੈਂਸ਼ਨ ਹੋ ਜਾਂਦਾ ਹੈ ਇਸ ਚੀਜ਼ ਦੇ ਲਈ ਕਿ ਜਿੱਥੇ ਪਰਮੇਸ਼ਰ ਜਾਣਦੇ ਸੀ ਤੇ ਫਿਰ ਵੀ ਪਰਮੇਸ਼ਰ ਨੇ ਕਨਫਰੰਟ ਕੀਤਾ ਕਿ ਆਮਣੇ ਸਾਹਮਣੇ ਆ ਕੇ ਉਹਦੇ ਨਾਲ ਗੱਲਬਾਤ ਕੀਤੀ ਉਸ ਚੀਜ਼ ਦੇ ਲਈ So I want to ask this question. Why do you think God asked Cain, where is your brother? एक सवाल पूछते हैं कि जो परमेश्वर ने एक सवाल क्यों पूछा उन्होंने कि हालांकि जानते सी कि परमेश्वर पर फिर भी उन्होंने क्यों पूछा कि तेरा ब्रदर हाबिल किथे है Anyone wants to try? God is allowing Cain to be truthful about this situation, to say the truth and not lie anymore. So sometimes when somebody asks us a question, we should give a truthful answer. Maybe our leader or the person who's talking to us, they already know and they want to ask you so you can give a truthful answer. ਇਹ ਇਸ ਲਈ ਹੋਇਆ ਕਿਉਂਕਿ ਪਰਮੇਸ਼ਰ ਚਾਹੁੰਦੇ ਸੀਗੇ ਕਿ ਜੋ ਕੇਨ ਹੈ ਉਹ ਸੱਚ ਬੋਲੇ ਉਹ ਕਿਉਂਕਿ ਉਹ ਸੱਚ ਨੂੰ ਜਾਣਦਾ ਸੀ ਤੇ ਉਹ ਸੱਚ ਬੋਲੇ ਤੇ ਕਈ ਦਫਾ ਆਪਣੇ ਨਾਲ ਵੀ ਇਦਾਂ ਹੀ ਹੁੰਦਾ ਕਿ ਮੰਨ ਲਓ ਜੇ ਕੋਈ ਵੀ ਪਾਸਟਰ ਜਾਂ ਫਿਰ ਆਪਣੇ ਅਗਵੇ ਉਹ ਜਾਣਦੇ ਹੈ ਆਪਣੀ ਉਸ ਗਲਤੀ ਬਾਰੇ ਤੇ ਫਿਰ ਵੀ ਜੋ ਆਪਾਂ ਨੂੰ ਪੁੱਛ ਰਹੇ ਹੈ ਤੇ ਆਪਾਂ ਨੂੰ ਜਵਾਬ ਦੇਣ ਦੀ ਇਸੇ ਤਰ੍ਹਾਂ ਜਵਾਬ ਦੇਣ ਦੀ ਲੋੜ ਹੈ ਕਿ ਉਹ ਸੱਚ ਹੋਏ You see, Cain sinned by killing his brother. Now, to hide that sin, he is trying to lie to God. He said, I don't know. But he knew that he had killed his brother. ਇੱਥੇ ਆਪਾਂ ਪਹਿਲਾਂ ਦੇਖਦੇ ਕਿ ਪਹਿਲਾ ਪਾਪ ਉਹਨੇ ਕੀਤਾ ਕਿ ਆਪਣੇ ਭਰਾ ਨੂੰ ਮਾਰਿਆ ਤੇ ਉਹ ਜਾਣਦਾ ਸੀਗਾ ਇਸ ਚੀਜ਼ ਨੂੰ ਕਿ ਉਹਨੇ ਉਹਨੂੰ ਕਤਲ ਕਰ ਦਿੱਤਾ ਹੈ ਤੇ ਦੂਸਰਾ ਪਾਪ ਉਹਨੇ ਕੀ ਕੀਤਾ ਕਿ ਉਹਨੂੰ ਉਸ ਗਲਤੀ ਨੂੰ ਛੁਪਾਇਆ ਤੇ ਝੂਠ ਬੋਲਿਆ Because sin had taken root in his heart. ਕਿਉਂਕਿ ਪਾਪ ਨੇ ਕੀ ਸੀ ਉਹਦੇ ਦਿਲ ਦੇ ਵਿੱਚ ਜੜ ਫੜ ਲਈ ਸੀ Second important thing that we see that God is talking to Cain and he asks him a very, very, very important question. You want to write this down. This question is very, very important. God, it's not a question, sorry. This statement is very, very important. When Cain does not give the right answer, he says, I don't know where he is. God says to him, Cain, what have you done? ਇੱਥੇ ਇਸ ਚੀਜ਼ ਨੂੰ ਆਪਾਂ ਲਿਖ ਵੀ ਸਕਦੇ ਕਿਉਂਕਿ ਇਹ ਬੜੀ ਹੀ ਧਿਆਨ ਦੇਣ ਵਾਲੀ ਗੱਲ ਹੈ ਕਿ ਇੱਥੇ ਪਰਮੇਸ਼ਰ ਨੇ ਉਹਨੂੰ ਪੁੱਛਿਆ ਹਾਲਾਂਕਿ ਉਹ ਵੀ ਜਾਣਦਾ ਸੀਗਾ ਤੇ ਪਰਮੇਸ਼ਰ ਵੀ ਜਾਣਦੇ ਸੀ ਪਰ ਇੱਥੇ ਲਿਖਿਆ ਕਿ ਪਰਮੇਸ਼ਰ ਨੇ ਪੁੱਛਿਆ ਕਿ ਤੂੰ ਕੀ ਕੀਤਾ ਹੈ You see, God did not ask him, Cain, why you killed your brother.
God straight away confronted Cain and said, "What have you done?" ਤੇ ਪਰਮੇਸ਼ਰ ਉੱਥੇ ਆ ਨਹੀਂ ਕਿਹਾ ਕਿ ਕਹਿਣ ਤੂੰ ਆਪਣੇ ਭਰਾ ਨੂੰ ਕਿਉਂ ਮਾਰਿਆ ਹੈ, ਪਰ ਉੱਥੇ ਲਿਖਿਆ ਹੈ ਕਿ ਉਹਨਾਂ ਨੇ ਕਿਹਾ ਕਿ ਤੂੰ ਕਿਆ ਕੀਤਾ ਹੈ, ਕਿ ਤੂੰ ਕੀ ਕਰਕੇ ਆਇਆ ਹੈ। See, there's a difference when we say to somebody, "What have you done?" and there's a difference when we say to somebody, "Why have you done it?" ਕਿਉਂਕਿ ਇੱਥੇ ਦੋ ਗੱਲਾਂ ਦੇ ਵਿੱਚ ਬਹੁਤ ਫਰਕ ਆਪਾਂ ਦੇਖਾਂਗੇ। ਜੇ ਕਿਸੇ ਨੂੰ ਕਹਿਣਾ ਕਿ ਤੂੰ ਕੀ ਕੀਤਾ ਹੈ ਤੇ ਕਹਿਣਾ, ਤੇ ਦੂਸਰੀ ਜਗ੍ਹਾ ਤੇ ਪੁੱਛਣਾ ਕਿ ਤੂੰ ਕਿਉਂ ਕੀਤਾ ਹੈ। So the reason it is different is because when you ask somebody a question, "Why have you done this?" then the person will start to justify their actions. The person will start to give you reasons why they have done it. So Cain would have said to God, "Oh God, I was so angry. I was angry that his sacrifice was accepted by you and my sacrifice was not accepted. So I killed my brother. That is why I killed. This is my reasoning. This is my justification." ਕਈ ਦਫਾ ਕੀ ਹੁੰਦਾ, ਜਦ ਆਪਾਂ ਕਿਸੇ ਨੂੰ ਪੁੱਛਦੇ ਆ ਕਿ ਤੁਸੀਂ ਇਹ ਕਿਉਂ ਕੀਤਾ, ਜਾਂ ਫਿਰ ਜੇ ਮੰਨ ਲਓ ਤੇ ਪਰਮੇਸ਼ਰ ਕਹਿੰਦੇ ਕਿ ਤੂੰ ਕਿਉਂ ਮਾਰਿਆ ਆਪਣੇ ਬ੍ਰਦਰ ਨੂੰ, ਤੇ ਉਸੇ ਸਮੇਂ ਜੋ ਕਾਇਨ ਸੀਗਾ ਉਹ ਆਪਣੇ ਆਪ ਨੂੰ ਹੋ ਸਕਦਾ ਸੀ ਆਪਣੀ ਸਫਾਈ ਦੇਣ ਲੱਗ ਪੈਂਦਾ ਕਿ ਹਾਂ ਮੈਨੂੰ ਗੁੱਸਾ ਆਇਆ ਕਿਉਂਕਿ ਮੇਰੀ ਜੋ ਸੈਕਰੀਫਾਈਸ ਸੀ, ਜੋ ਭੇਟਾ ਮੈਂ ਲੈ ਕੇ ਆਇਆ ਉਹ ਤੇ ਐਕਸੈਪਟ ਨਹੀਂ ਹੋਈ ਹੈ, ਪਰ ਜੋ ਮੇਰੇ ਬ੍ਰਦਰ ਜੋ ਭੇਟਾ ਲੈ ਕੇ ਆਇਆ ਸੀ ਉਹ ਕਬੂਲ ਹੋਈ ਹੈ, ਤਾਂ ਮੈਨੂੰ ਗੁੱਸਾ ਚੜ ਗਿਆ ਤੇ ਮੈਂ ਉਹਦਾ ਕਤਲ ਕਰ ਦਿੱਤਾ। You see, this is a key here. And this is what you and we need to remember, that when somebody has sinned, when somebody has done something wrong, and when we are counseling them about their wrong actions, we don't ask them why. We straight away go to the point and say, "What have you done? This is wrong." We don't allow justifications. Yes, somebody, they will still try to give justification, and that's fine. We can listen to it, but it isn't about justification. And this is why Christian counseling is different from secular counseling, because secular counseling allows you to justify your actions, but Christian counseling goes to the Word of God and decides if this is wrong or if this is right. ਇਹ ਜੋ ਕੀਵਰਡ ਕਹਿ ਲੋ ਕਿ ਜੋ ਆਪਣੇ ਲਈ ਸਟੇਟਮੈਂਟ ਦਿੱਤੀ ਗਈ ਲਿਖਣ ਦੇ ਲਈ ਸਭ ਤੋਂ ਇੰਪੋਰਟੈਂਟ, ਕਿ ਜਦ ਵੀ ਆਪਾਂ ਮੰਨ ਲਓ ਕਿਸੇ ਨੂੰ ਆਪਾਂ ਕਾਉਂਸਲਿੰਗ ਦਿੰਦੇ ਆ, ਇੱਕ ਮਸੀਹ ਸਲਾਹਕਾਰੀ ਦਿੰਦੇ ਆ, ਤੇ ਉਹਦੇ ਵਿੱਚ ਹਮੇਸ਼ਾ ਧਿਆਨ ਦੇਈਏ ਕਿ ਆਪਾਂ ਨੂੰ ਇਹ ਨਹੀਂ ਪੁੱਛਣਾ ਕਿ ਕਿਉਂ ਤੂੰ ਇਹ ਪਾਪ ਕਿਉਂ ਕੀਤਾ, ਕਿਉਂ ਹੋਇਆ ਤੇਰੇ ਤੋਂ ਇਹ ਪਾਪ। ਸਿਰਫ ਆਪਾਂ ਨੂੰ ਇੰਨਾ ਪੁੱਛਣਾ ਹੈ ਕਿ ਤੁਸੀਂ ਕੀ ਕੀਤਾ ਹੈ, ਕਾਹਦੇ ਲਈ ਕੀਤਾ, what means be क्या ਕੀਤਾ ਤੁਸੀਂ ਐਸਾ ਕੀ ਕਰਕੇ ਆ ਗਏ ਹੋ, ਕਿਉਂਕਿ ਇਹੀ ਚੀਜ਼ ਹੈ ਜੋ ਇੱਕ ਮਸੀਹ ਸਲਾਹਕਾਰੀ ਨੂੰ ਵੱਖਰਾ ਕਰਦੀ ਹੈ, ਜੋ ਸੈਕੂਲਰ ਜੋ ਵਰਲਡ ਦੇ ਵਿੱਚ ਹੈ, ਜੋ ਸੰਸਾਰ ਦੇ ਵਿੱਚ ਜੋ ਸਲਾਹਕਾਰੀ ਦਿੱਤੀ ਜਾਂਦੀ, ਜਿਹਦੇ ਵਿੱਚ ਕਿ ਜੋ ਪਰਸਨ ਆਪਣੇ ਆਪ ਨੂੰ ਜਸਟੀਫਾਈ ਕਰ ਸਕਦਾ ਹੈ, ਆਪਣੀ ਸਫਾਈ ਦੇ ਸਕਦਾ ਹੈ। Yeah. Okay, so moving on, this is the first part. We discussed what is counseling, what is the aim of counseling, what is not the aim of counseling, why Christian counseling is different from secular counseling, because it uses the Word of God. Word of God is what defines what we are going to give people in terms of our advice and bringing correction. ਇਹੀ ਫਰਕ ਹੈ ਕਿ ਜੋ ਸੰਸਾਰਿਕ ਤੇ ਜੋ ਮਸੀਹੀ ਸਲਾਹਕਾਰੀ ਉਹਦੇ ਵਿੱਚ ਆਪਾਂ ਡਿਸਕਸ ਕੀਤਾ ਹੁਣੇ ਤੱਕ ਕਿ ਜੋ ਸਲਾਹਕਾਰੀ ਕੀ ਹੈ, ਤੇ ਕ੍ਰਿਸਚੀਅਨ ਜੋ ਸਲਾਹਕਾਰੀ ਜੋ ਮਸੀਹੀ ਸਲਾਹਕਾਰੀ ਹੈ ਉਹ ਕਿਵੇਂ ਵੱਖਰੀ ਹੈ ਸੈਕੂਲਰ ਜੋ ਸੰਸਾਰਿਕ ਸਲਾਹਕਾਰੀ ਤੋਂ, ਤੇ ਇਹਦੇ ਆਪਾਂ ਏਮਸ ਦੇਖੇ ਤੇ ਇਹ ਕਿਉਂਕਿ ਵਚਨ ਦੇ ਉੱਪਰ ਬੇਸਡ ਆਪਾਂ ਦੇਖਿਆ ਕਿ ਸਭ ਤੋਂ ਵੱਡਾ ਜੋ ਫਰਕ ਹੈ ਜੋ ਕ੍ਰਿਸਚੀਅਨ ਸਲਾਹਕਾਰੀ ਦੇ ਵਿੱਚ ਮਸੀਹੀ ਸਲਾਹਕਾਰੀ 'ਚ ਉਹ ਹੈ ਕਿ ਉਹ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਹੈ। Another few things that I would like to mention that we need to be mindful of, that when we are counseling people, that how are we going to do it? How are we going to speak to them? Things like that. ਜੋ ਇੱਕ ਹੋਰ ਚੀਜ਼ ਜੋ ਮੈਂ ਧਿਆਨ ਦੇ ਵਿੱਚ ਲੈ ਕੇ ਆਉਣਾ ਚਾਹੁੰਦਾ ਉਹ ਹੈ ਕਿ ਜਦ ਆਪਾਂ ਕਿਸੇ ਨੂੰ ਮਸੀਹ ਦੇ ਵਿੱਚ ਸਲਾਹ ਦਿੰਦੇ ਆ ਜਾਂ ਫਿਰ ਕਾਉਂਸਲਿੰਗ ਦਿੰਦੇ ਆ ਤੇ ਉਹ ਕਿਵੇਂ ਕੀਤੀ ਜਾਏ, ਕਿਸ ਤਰੀਕੇ ਨਾਲ ਕੀਤੀ ਜਾਏ। So one thing that we need to understand is that a lot of the time when you are counseling people, when you are talking to them, they will try to seek attention. They will try to come across like somebody
who's like a pity party, who you should feel sorry for, that they've wronged or they've done something wrong, and oh man, they try to take your attention because they are seeking attention during counseling. ਕਈ ਵਾਰੀ ਇਸ ਤਰੀਕੇ ਹੁੰਦਾ ਕਿ ਜਦ ਕੋਈ ਸਲਾਹ ਲੈਣ ਆਉਂਦਾ ਹੈ ਤੇ ਉਹ ਜ਼ਿਆਦਾਤਰ ਕੀ ਚਾਹੁੰਦੇ ਕਿ ਲੋਕਾਂ ਦੀ ਅਟੈਂਸ਼ਨ, ਉਹਨਾਂ ਦਾ ਧਿਆਨ ਆਪਣੀ ओर ਕਰ ਸਕਣ, ਕਿ ਜਿਵੇਂ ਪਹਿਲਾਂ ਨੇ ਕਿਹਾ ਕਿ ਇੱਕ ਪਿਟੀ ਕਿ ਇੱਕ ਉਹ ਚਾਹੁੰਦੇ ਕਿ ਇੱਕ ਦਇਆ, ਲੋਕੀ ਮੇਰੇ ਤੇ ਦਇਆ ਦਿਖਾਉਣ ਤੇ ਮੇਰੇ ਜੋ ਵੀ ਕੁਝ ਵੀ ਮੈਂ ਜਸਟੀਫਿਕੇਸ਼ਨ ਦੇਵਾਂ ਜਾਂ ਫਿਰ ਸਫਾਈ ਦੇਵਾਂ, ਉਹਦੇ ਲਈ ਇੱਕ ਮੈਨੂੰ ਇੱਕ ਦਇਆ ਮਿਲੇ, ਇੱਕ ਪਿਟੀ ਸ਼ੋ ਕੀਤੇ ਤੇ ਮੇਰੀ ਫੇਵਰ 'ਚ ਲੋਕ ਮੀਨਸ ਮੈਨੂੰ ਬੋਲਣ. Yeah. We look at one of the verses where we will see one solution there for this problem when people are trying to seek attention. In 1 Corinthians chapter 10 verse 13. 1 Corinthians chapter 10 verse 13. Corinthians Chapter 10 verse 13. Yes. 10:13 ਦੇਖਾਂਗੇ, 1 Corinthians 10:13, ਜਿਹਦੇ 'ਚ ਆਪਾਂ ਦੇਖਾਂਗੇ ਕਿ ਇਸ ਚੀਜ਼ ਬਾਰੇ ਵਚਨ ਕੀ ਕਹਿੰਦਾ ਹੈ ਕਿ ਜਦ ਕੋਈ ਮਤਲਬ ਆਪਣੀ ਤਰਫ ਧਿਆਨ ਖਿੱਚਣਾ ਚਾਹੇ ਜਾਂ ਫਿਰ ਆਪਣੇ ਆਪ ਨੂੰ ਚਾਹੇ ਕਿ ਮੇਰੇ ਉੱਪਰ ਧਿਆਨ ਆਏ, ਇਹਨਾਂ ਦਾ ਕੋਈ ਅਟੈਂਸ਼ਨ ਸੀਕ ਕਰੇ, ਤੇ ਉਸ ਸਮੇਂ ਕੀ ਕਰਨਾ ਹੈ. ਜੀ, ਤੁਹਾਡੇ ਉੱਤੇ ਇਹੋ ਜਿਹਾ ਕੋਈ ਪਰਤਿਆਵਾ ਨਹੀਂ ਪਿਆ ਜੋ ਮਨੁੱਖ ਤੋਂ ਨਹੀਂ ਝੱਲਿਆ ਜਾਂਦਾ, ਪਰੰਤੂ ਪਰਮੇਸ਼ਵਰ ਵਫਾਦਾਰ ਹੈ ਜੋ ਤੁਹਾਡੀ ਸ਼ਕਤੀਓਂ ਬਾਹਰ ਤੁਹਾਨੂੰ ਪਰਤਿਆਵੇ ਵਿੱਚ ਨਹੀਂ ਪੈਣ ਦੇਵੇਗਾ, ਸਗੋਂ ਪਰਤਿਆਵੇ ਦੇ ਨਾਲ ਹੀ ਬਚ ਜਾਣ ਦਾ ਉਪਾਅ ਵੀ ਕੱਢ ਦੇਵੇਗਾ, ਭਾਈ ਤੁਸੀਂ ਚੱਲ ਸਕੋ. Amen. Very, very powerful, very powerful verse there. That God will not lead us into a temptation that we cannot come out from. ਬਹੁਤ ਹੀ ਇੰਪੋਰਟੈਂਟ ਵਚਨ ਇੱਥੇ ਖਾਸ ਵਚਨ ਲਿਖਿਆ ਗਿਆ ਹੈ ਕਿ ਪਰਮੇਸ਼ਰ ਆਪਾਂ ਨੂੰ ਕਦੇ ਵੀ ਐਸੀ ਪ੍ਰੀਖਿਆ ਦੇ ਵਿੱਚ ਨਹੀਂ ਪਾਉਂਦਾ ਜਿਹਦੇ ਤੋਂ ਆਪਾਂ ਬਾਹਰ ਨਾ ਨਿਕਲ ਸਕੀਏ. So the reason I'm attaching this verse to attention seeking is because a lot of the time people will come to you and they will say that, you know, my problem is unique. Nobody else ever had this problem. I don't think there's a solution for this problem. You know, I am the unique one with this problem. This is a really bad problem, because they are trying to seek attention. ਇਹ ਕਾਰਨ ਕੀ ਹੈ ਕਿ ਮੈਂ ਇਸ ਚੀਜ਼ ਨੂੰ ਇਹਦੇ ਵਿੱਚ ਦੱਸ ਰਿਹਾ ਕਿ ਜਦ ਐਸੇ ਲੋਕੀ ਆਉਣ ਤੇ ਉਹਦੇ ਲਈ ਕੀ ਕਰਨਾ ਹੈ, ਕਿਉਂਕਿ ਕਈ ਦਫਾ ਹੋਏਗਾ ਐਸਾ ਕਿ ਜਿਹੜੇ ਆਉਣਗੇ ਉਹ ਆਉਂਦੀ ਇਹ ਕਹਿਣਗੇ ਕਿ ਮੇਰੀ ਪ੍ਰੋਬਲਮ ਜੋ ਮੇਰੇ ਨਾਲ ਹੋਇਆ ਉਹ ਤਾਂ ਸਭ ਤੋਂ ਵੱਖਰਾ ਹੈ, ਉਹ ਬਿਲਕੁਲ ਹੀ ਅੱਡ ਹੈ, ਕਿ ਇਸ ਤੁਹਾਡੇ ਧਿਆਨ ਨੂੰ ਆਪਣੇ ਔਰ ਕਰਨ ਦੇ ਲਈ ਉਹਨਾਂ ਨੂੰ ਐ ਦਿਖਾਉਣਾ ਚਾਹੁੰਦੇ ਕਿ ਜੋ ਮੇਰੇ ਨਾਲ ਹੋਇਆ ਉਹ ਸਭ ਤੋਂ ਵੱਖਰਾ ਹੈ. But here the word of God tells us that there is no problem that person can be in that they can't come out. ਪਰ ਇੱਥੇ ਪਰਮੇਸ਼ਰ ਦਾ ਵਚਨ ਸਾਫ਼-ਸਾਫ਼ ਦੱਸਦਾ ਹੈ ਕਿ ਐਸੀ ਕੋਈ ਵੀ ਪ੍ਰੀਖਿਆ ਨਹੀਂ ਹੈ ਜਿਹਦੇ ਵਿੱਚੋਂ ਕਿ ਆਪਾਂ ਬਾਹਰ ਨਾ ਆ ਸਕੀਏ. Another thing that we need to be mindful of during counseling sessions is this, that we don't minimize or underestimate the nature of somebody's sin. So we don't minimize the sin. We don't think, oh, it's okay, everybody does it, it's okay, not a problem, we all have done things like this, it's okay, brother. That is not the point of counseling as well. ਜੋ ਸਲਾਹਕਾਰੀ ਹੈ ਉਹਦਾ ਇਹ ਵੀ ਕਹਿ ਲਓ ਕਿ ਮਕਸਦ ਨਹੀਂ ਹੈ ਕਿ ਉਹਨੂੰ ਮਿਨੀਮਾਈਜ਼ ਕਰ ਦੇਣਾ, ਉਹਨੂੰ ਇੰਨਾ ਛੋਟਾ ਕਰ ਦੇਣਾ ਕਿ ਨਹੀਂ ਕੋਈ ਦਿੱਕਤ ਨਹੀਂ ਹੈ, ਐਸੀ ਕੋਈ ਪ੍ਰੋਬਲਮ ਨਹੀਂ ਹੈ, ਚਲੋ ਕੋਈ ਗੱਲ ਨਹੀਂ, ਇਸ ਤਰੀਕੇ ਉਹਨੂੰ ਬਿਲਕੁਲ ਛੋਟਾ ਕਰਕੇ ਉਹਨੂੰ ਨਜ਼ਰਅੰਦਾਜ਼ ਨਾ ਕਰ ਦੇਣਾ. Very good. नजरअंदाज नहीं करना किसी का sin, किसी की प्रॉब्लम अंडर एस्टिमेट नहीं करना, मिनिमाइज नहीं करना. Proverbs chapter 6 verse 31. Proverbs chapter 6 verse 31. We will look at one verse here that talks along the similar lines. Yeah. ਆਪਾਂ ਕਹਾਵਤਾਂ ਦੀ ਕਿਤਾਬ ਦੇ ਵਿੱਚੋਂ ਦੇਖਾਂਗੇ ਚੈਪਟਰ 6:31 ਉਹਦੇ ਵਿੱਚ ਲਿਖਿਆ ਹੈ, ਪਰ ਜੇ ਫੜਿਆ ਜਾਵੇ ਤਾਂ ਉਹਨੂੰ 7 ਗੁਣਾ ਭਰਨਾ, ਸਗੋਂ ਆਪਣੇ ਘਰ ਦਾ ਸਾਰਾ ਮਾਲ ਦੇਣਾ ਪਵੇਗਾ. See, so if somebody has sinned, somebody has done something wrong, he got to pay 7 times back. So we don't minimize. We don't say to somebody, oh, it's okay, you stole something, that's okay, I have stolen something, God will forgive you. No. The point of Christian counseling is to bring correction, but in a loving way.
ਇਹ ਆ ਮਤਲਬ ਨਹੀਂ ਹੈ ਵਚਨ ਦੇ ਵਿੱਚ ਆਪਾਂ ਦੇਖਿਆ यदि वह पकड़ा भी जाए तो उसको 7 गुना भर देना पड़ेगा ਤੇ ਇੱਥੇ ਆਪਾਂ ਸਮਝਦੇ ਹਾਂ ਕਿ ਕਿਸੇ ਵੀ ਜੋ ਪ੍ਰੋਬਲਮ ਹੈ ਜਾਂ ਫਿਰ ਜੋ ਕੋਈ ਆਪਣੇ ਪਾਪ ਦੇ ਬਾਰੇ ਦੱਸ ਰਿਹਾ ਤੇ ਉਹਨੂੰ ਨਜ਼ਰਅੰਦਾਜ਼ ਨਹੀਂ ਕਰਨਾ ਹੈ ਕਿ ਕੋਈ ਗੱਲ ਨਹੀਂ ਤੂੰ ਚੋਰੀ ਕੀਤੀ ਸੀ ਤੇਰੇ ਤੋਂ ਚੋਰੀ ਹੋ ਗਈ ਮੈਂ ਵੀ ਕੀਤੀ ਹੋਈ ਹੈ ਮੇਰੇ ਤੋਂ ਵੀ ਹੋਈ ਸੀ ਇਹ ਪਾਪ ਮੈਂ ਵੀ ਕੀਤਾ ਹੋਇਆ ਹੈ ਮੈਂ ਵੀ ਮੇਰੇ ਤੋਂ ਵੀ ਹੋਈ ਸੀ ਕੁਝ ਵੀ ਪਰ ਉਹਨੂੰ ਨਜ਼ਰਅੰਦਾਜ਼ ਨਹੀਂ ਕਰਨਾ ਉਸ ਪਾਪ ਨੂੰ And another thing that we need to bear in mind is in James chapter 5 verses 14 and 15 that sometimes when you are praying for people, when you are correcting them, when you are counseling them, when you are talking to them, you need to address sin in their life. If the problem is because of sin in their life, because they are sinning, then we must not hide the sin. We must address the sin in somebody's life. ਇਹ ਵਚਨ ਦੇ ਵਿੱਚ ਲਿਖਿਆ ਹੋਇਆ ਹੈ ਕਿ ਜੋ ਪਾਪ ਹੈ ਜੇ ਆਪਾਂ ਨੂੰ ਲੱਗਦਾ ਕਿ ਜੋ ਕੁਝ ਉਹਨਾਂ ਦੀ ਲਾਈਫ ਚ ਹੋ ਰਿਹਾ ਤੇ ਪਾਪ ਦੀ ਵਜ੍ਹਾ ਤੋਂ ਹੈ ਜਾਂ ਫਿਰ ਕੁਝ ਵੀ ਹੈ ਤੇ ਇਸ ਤਰੀਕੇ ਉਹਨੂੰ ਦੱਸਣਾ ਵੀ ਜ਼ਰੂਰੀ ਹੈ ਉਸ ਪਾਪ ਨੂੰ ਉਹਨਾਂ ਦੀ ਅੱਖਾਂ ਦੇ ਸਾਹਮਣੇ ਲੈ ਕੇ ਆਉਣਾ ਜ਼ਰੂਰੀ ਹੈ ਕਹਿ ਲੋ ਕਿ ਉਹਨੂੰ ਦੱਸਣਾ ਜ਼ਰੂਰੀ ਹੈ ਕਿ ਇਹ ਪਾਪ ਆਪਣੀ ਜ਼ਿੰਦਗੀ 'ਚ ਹੈ ਤੇ ਇਹਦੇ ਕਾਰਨ ਇਸ ਤਰੀਕੇ ਹੋ ਰਹੇ James chapter 5 verses 14 and 15. ਆਪਾਂ ਯਾਕੂਬ ਦੀ ਪੱਤਰੀ ਦੇਖਾਂਗੇ Somebody had it. I think Sister Ramandeep had it. No? If you want, I can read it. Yeah, go for it. Yeah. ਉਹਦੇ ਵਿੱਚ ਲਿਖਿਆ ਕਿ ਤੁਹਾਡੇ ਵਿੱਚ ਕੋਈ ਮੰਨਦਾ ਹੈ ਤਾਂ ਕਲੀਸਿਆ ਦੇ ਬਜ਼ੁਰਗਾਂ ਨੂੰ ਸੱਦ ਕੱਲੇ ਅਤੇ ਉਹ ਪ੍ਰਭੂ ਦੇ ਨਾਮ ਲੈ ਕੇ ਉਹਨੂੰ ਤੇਲ ਚਸਣ ਅਤੇ ਉਹਦੇ ਲਈ ਪ੍ਰਾਰਥਨਾ ਕਰਨ ਅਤੇ ਪ੍ਰਾਰਥਨਾ ਜਿਹੜੀ ਨਿਸ਼ਚੈ ਨਾਲ ਹੋਵੇ ਉਸ ਬਿਮਾਰੀ ਨੂੰ ਬਚਾਏਗੀ ਅਤੇ ਪ੍ਰਭੂ ਉਹਨੂੰ ਉਠਾ ਖੜਾ ਕਰੇਗਾ ਅਤੇ ਜੇ ਉਹਨੇ ਪਾਪ ਕੀਤੇ ਹੋਣ ਤਾਂ ਉਹਨੂੰ ਮਾਫ ਕੀਤੇ ਜਾਣਗੇ So see, with prayer, there needs to be repentance and there needs to be forgiveness of sin. So the sin must be addressed in somebody's life. Amen? ਆਪਾਂ ਇਸ ਵਚਨ ਤੋਂ ਦੇਖਦੇ ਆ ਕਿ ਜੋ ਪਾਪ ਹੈ ਉਹਨਾਂ ਦੀ ਜ਼ਿੰਦਗੀ 'ਚ ਉਹਨਾਂ ਬਾਰੇ ਦੱਸਣਾ ਵੀ ਜ਼ਰੂਰੀ ਹੈ ਉਹਨਾਂ ਨੂੰ ਤਾਂ ਕਿ ਉਹ ਪਛਤਾਪ ਕਰ ਸਕਣ ਤੇ ਇਸ ਪਾਪ ਤੋਂ ਨਿਜਾਤ ਪਾਉਣ Psalm chapter 19 verse 7, whoever has that, you can get ready to read that. Psalm 19 verse 7. If not, who's got that? Yeah. ਪੜੂੰ ਪਾਸਟਰ ਜੀ Yeah. ਯਹੋਵਾ ਦੀ ਵਿਵਸਥਾ ਪੂਰੀ ਪੂਰੀ ਹੈ ਉਹ ਜਾਨ ਨੂੰ ਬਹਾਲ ਕਰਦੀ ਹੈ ਯਹੋਵਾ ਦੀ ਸਾਖੀ ਸੱਚੀ ਹੈ ਉਹ ਭੋਲੇ ਨੂੰ ਬੁੱਧਵਾਨ ਕਰਦੀ ਹੈ ਆਮੇਨ Amen. So we see another verse here where we need to understand it is the word of God that brings correction. One thing as a leader, as a minister, as trainee leaders, future leaders, Christian brothers and sisters, we need to understand this thing that I cannot change somebody. It is the work of God. It is the work of Holy Spirit through the word of God that correction and change will come into people's life. ਇੱਕ ਮਸੀਹ ਸਲਾਹਕਾਰ ਹੋਣ ਦੇ ਨਾਤੇ ਜਾਂ ਫਿਰ ਇੱਕ ਮਸੀਹ ਹੋਣ ਦੇ ਨਾਤੇ ਜਾਂ ਫਿਰ ਜੋ ਆਪਾਂ ਕਲੀਸਿਆ ਦੇ ਵਿੱਚ ਜੋ ਬ੍ਰਦਰ ਸਿਸਟਰਸ ਹੈਗੇ ਆ ਉਹਦੇ ਹੋਣ ਦੇ ਨਾਤੇ ਇਹ ਜ਼ਰੂਰ ਆਪਾਂ ਨੂੰ ਯਾਦ ਰੱਖਣਾ ਹੈ ਕਿ ਜੋ ਆਪਾਂ ਕਿਸੇ ਦੇ ਮਨ ਨੂੰ ਬਦਲ ਨਹੀਂ ਸਕਦੇ ਕਿਸੇ ਦੇ ਜੀਵਨ ਨੂੰ ਨਹੀਂ ਬਦਲ ਸਕਦੇ ਪਰ ਇਹ ਪਵਿੱਤਰ ਆਤਮਾ ਦਾ ਕੰਮ ਹੈ ਇਹ ਪਰਮੇਸ਼ਰ ਦਾ ਕੰਮ ਹੈ ਜੋ ਆਪਣੇ ਵਚਨ ਦੇ ਦੁਆਰਾ ਉਹ ਕਰੇਗਾ Amen. Now another part of counseling is that which is quite an important part is that sometimes when you are counseling people, when you are talking to them about their problems, about sins in their life, about bringing correction, when you are trying to bring counseling into their lives, you may need to bring deliverance in their life. ਇਹ ਵੀ ਆਪਾਂ ਨੂੰ ਯਾਦ ਰੱਖਣਾ ਜੋ ਦੂਸਰਾ ਮੁੱਦਾ ਹੈਗਾ ਕਿ ਮਸੀਹੀ ਸਲਾਹਕਾਰੀ ਦੇ ਵਿੱਚ ਕਿ ਜਦ ਆਪਾਂ ਵਚਨ ਦੱਸਦੇ ਜੋ ਕਿ ਉਹਨਾਂ ਦੇ ਵਿੱਚ ਕਰੈਕਸ਼ਨ ਲੈ ਕੇ ਆਉਂਦਾ ਹੈ ਇੱਕ ਉਹਨਾਂ ਨੂੰ ਸਮਝਾਉਣ ਦੇ ਲਈ ਜਾਂ ਫਿਰ ਰਿਪੈਂਟੈਂਸ ਜਾਂ ਫਿਰ ਜੋ ਵਚਨ ਉਹਨਾਂ ਦੇ ਅੰਦਰ ਲੈ ਕੇ ਆਉਂਦਾ ਇਹ ਜ਼ਰੂਰੀ ਹੈ Sorry, brother, can you repeat? Yeah, so it's important that you need to know that counseling can also involve deliverance. ਆਪਾਂ ਨੂੰ ਇਹ ਵੀ ਜਾਣਨਾ ਬਹੁਤ ਜ਼ਰੂਰੀ ਹੈ ਕਿ ਜੋ ਕਾਉਂਸਲਿੰਗ ਹੈ ਜੋ ਸਲਾਹਕਾਰੀ ਹੈ ਉਹ ਛੁਟਕਾਰਾ ਵੀ ਲੈ ਕੇ ਆਉਂਦੀ ਹੈ
but also particularly, you know, when you exercise deliverance, when you cast out demons out of people. So sometimes counseling may involve casting out demons from people. ਕਈ ਵਾਰੀ ਆਪਾਂ ਦੇਖਦੇ ਹਾਂ ਕਿ ਜੋ ਦੁਸ਼ਟ ਆਤਮਾਵਾਂ ਨੂੰ ਕੱਢਣਾ, ਜੋ ਕਿ ਉਸ ਚੋਂ ਪੀੜਿਤ ਹੁੰਦੇ ਆ, ਪਰ ਕਈ ਦਫਾ ਐਵੇਂ ਹੁੰਦਾ ਕਿ ਜੋ ਕਾਉਂਸਲਿੰਗ ਹੈ, ਜਦੋਂ ਆਪਾਂ ਪਰਮੇਸ਼ਰ ਦਾ ਵਚਨ ਦੇ ਵਿੱਚ ਉਹਨਾਂ ਨੂੰ ਸਿਖਾਉਂਦੇ ਆ, ਸਮਝਾਉਂਦੇ ਆ, ਤੇ ਉਹ ਕਾਉਂਸਲਿੰਗ ਵੀ ਡਿਲੀਵਰੈਂਸ ਲੈ ਕੇ ਆ ਸਕਦੀ ਹੈ। Yes, that is true, लेकिन मैं ये कहना चाह रहा हूँ कि काउंसलिंग में डिलीवरेंस भी कभी कभी करना पड़ जाती है। कि काउंसलिंग में वो बातचीत खत्म होने के बाद आपको हो सकता है कि प्रार्थना करनी पड़े लोगों के लिए, और उनके अंदर से जो दुष्ट आत्मा है उनको भी निकालना पड़े। जैसे संडे को कभी कभी प्रेयर में पता है डिलीवरेंस लोगों की शुरू हो जाती है, तो वो काउंसलिंग डिलीवरेंस में बदल जाती है। डिलीवरेंस मिनिस्ट्री में बेसिकली आपको हो सकता है डिलीवरेंस मिनिस्ट्री करनी पड़े उस काउंसलिंग के दौरान। सो वी आर गोइंग टू लुक एट some of the things which is very very important. Note these things down. How can you know if somebody is demon possessed? Apart from manifestation, sometimes you may not even have manifestations, but when you are talking to people, when you are counseling them, there are some signs and there are some indications that can tell us that if people are demon possessed. ਔਰ ਇਹ ਵੀ ਧਿਆਨ ਰੱਖਣਾ ਹੈ ਕਿ ਕਈ ਦਫਾ ਜਦ ਆਪਾਂ ਕਾਉਂਸਲਿੰਗ ਦੇ ਰਹੇ ਹੁੰਦੇ ਆ, ਮਸੀਹ ਦੇ ਵਿੱਚ ਸਲਾਹਕਾਰੀ ਕਰ ਰਹੇ ਹੁੰਦੇ ਆ, ਤੇ ਉਸ ਟਾਈਮ ਜਦ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ, ਤੇ ਜੋ ਡੀਮਨਸ ਹੈ, ਜੋ ਜਿਹਨੂੰ ਆਪਾਂ ਦੁਸ਼ਟ ਆਤਮਾ ਕਹਿੰਦੇ ਆ, ਕਿ ਉਹਦੇ ਲਈ ਵੀ ਆਪਾਂ ਨੂੰ ਪਤਾ ਲੱਗ ਸਕਦਾ ਹੈ ਕਿ ਕੀ ਹੈ। Because sometimes the problem that people are having again and again and again, such as, for example, somebody cannot break away from habit of drinking. Somebody cannot break away from habit of sexual sin. Somebody cannot break away from habit of lying. These habits can be because there is demonic activity present in their life. ਕਿਉਂਕਿ ਕਈ ਵਾਰੀ ਐਸੀ ਆਦਤਾਂ ਜਿਵੇਂ ਕਿ ਪੀਣਾ ਤੇ ਗਲਤ ਕੰਮ ਕਰਨਾ, ਐਸੇ ਕਈ ਆਦਤਾਂ ਜਿਨ੍ਹਾਂ ਵਿੱਚੋਂ ਕਿ ਬੰਦਾ ਨਿਕਲਣਾ ਚਾਹੁੰਦਾ, ਪਰ ਆਪਾਂ ਫਿਰ ਵੀ ਛੁਟਕਾਰਾ ਨਹੀਂ ਪਾ ਸਕਦੇ, ਜੋ ਕਿ ਇੱਕ ਕਹਿ ਲਓ ਕਿ ਦੁਸ਼ਟ ਆਤਮਾ ਦੀ ਵਜ੍ਹਾ ਤੋਂ ਹੈ। So there are some characteristics, there are some signs that if you see these signs in people, you can know that there is demonic activity in their life. ਇੱਥੇ ਕੁਝ ਕਹਿ ਲਓ ਕਿ ਚਿੰਨ੍ਹ ਨੇ, ਕੁਝ ਸਾਈਨਸ ਨੇ, ਕਹਿ ਲਓ ਕਿ ਕੁਝ ਚੀਜ਼ਾਂ ਨੇ ਜੋ ਆਪਾਂ ਜਦ ਆਪਾਂ ਦੇਖਾਂਗੇ ਤਾਂ ਆਪਾਂ ਨੂੰ ਪਤਾ ਚੱਲ ਜਾਏਗਾ ਕਿ ਜਿਸ ਬੰਦੇ ਨੂੰ ਸਲਾਹ ਦਿੱਤੀ ਜਾ ਰਹੀ ਹੈ ਜਾਂ ਫਿਰ ਜੋ ਸਲਾਹ ਲੈਣਾ ਹੈ, ਉਹਦੇ ਲਾਈਫ ਦੇ ਵਿੱਚ ਦੁਸ਼ਟ ਆਤਮਾ ਹੈ। So seven characteristics of demonic activity, I will tell you. ਹੁਣ ਬ੍ਰਦਰ ਆਪਾਂ ਦੱਸਣਗੇ 7 ऐसे कह लो कैरेक्टरिस्टिक्स के जो चिन्ह या फिर चीज़ां जो दर्शाਉਂਦੀਆਂ है दुष्ट आत्मा, जिनकी जो ये निशानदेही देती हैं कि शायद किसी की जिंदगी में दुष्ट आत्माएं काम कर रही हैं। ये निशानी है, कैरेक्टरिस्टिक। आई थिंक द बेस्ट वर्ड फॉर कैरेक्टरिस्टिक्स विल बी निशानियाँ। सबसे पहली निशानी है obsession. The first characteristic is obsession. पहली है जो है ऑब्सेशन के ਉਹਦੇ ਨਾਲ obsess हो जाना। जब किसी से आपको बहुत ज्यादा, जिसे कहते हैं ना पागलपन हो जाना, किसी के पीछे कोई बंदा कहता है पागल हो गया, जैसे इश्क में लोग पागल हो जाते हैं, ठीक है ना। ये इश्क में भी पागल होना, इश्क में पागल होना, इश्क नहीं होना बल्कि इश्क में पागल होना जो है वो ऑब्सेशन है, ठीक है। कि जब वो दूसरा बंदा, मर्द या औरत, आपका सब कुछ है, बजाय इसके कि यीशु मसीह आपका सब कुछ है, वो दूसरा बंदा या मर्द या औरत आपका सब कुछ है। उस तरह अगर किसी के पीछे पागल हो जाना, ऑब्सेस हो जाना, ये एक डिमोनिक साइन है। सेकंड साइन इज एडिक्शन। एडिक्शन यानी जो चीज़ों के नशे होते हैं, एडिक्शंस, ड्रग्स के, ड्रिंक्स के, ठीक है। इवन फूड की एडिक्शन, कोई कुछ बंदे होते हैं हर वक्त खाते रहते हैं, हर वक्त उन्होंने रोटी 4 6 10 दफा खा। एनीवे, एडिक्शंस मींस कि लत लग जाना बंदे ਨੂੰ ਕਿਸੇ ਚੀਜ਼ ਦੀ, ਕਿ ਜਿਵੇਂ ਪੀਣ ਦੀ,
ज्यादा करते The third one is that sexual sins. When somebody is in sexual sins continually, um, impure thoughts, impure thinking all the time, impurity in their mind, these things, इस तरह के जो सेक्स रिलेटेड जो सिंस हैं, गुनाह हैं, इस तरह की जो आदतें हैं, वो भी एक इस चीज़ की निशानदेही है कि उनकी ज़िंदगी में डिमोनिक एक्टिविटी मौजूद है, उनकी ज़िंदगी में डिमोनिक चीज़ें काम कर रही हैं। हैं कि जिਵੇਂ जो शारीरिक पाप के इस तरह ਦੇ ਜੋ ਗੰਦੇ ਵਿਚਾਰ ਜੋ ਆਪਾਂ ਨੂੰ ਬੁਰੇ ਖਿਆਲ ਆਉਂਦੇ ਆ ਲਸਟਫੁਲ ਥਾਟ ਜੋ ਐਸੇ ਜਿਹੇ ਵਿਚਾਰ ਤੇ ਐਸੇ ਪਾਪ ਇਹ ਦਰਸਾਉਂਦੇ ਆ ਜੋ ਆਪਣੀ ਜ਼ਿੰਦਗੀ ਦੇ ਵਿੱਚ ਹੈ ਉਹ ਦਰਸਾਉਂਦੇ ਕਿ ਕਿ ਆਪਣੀ ਲਾਈਫ 'ਚ ਦੁਸ਼ਟਤਾ ਹੋ ਸਕਦੀ ਹੈ। Number 4, continual lying. When somebody continues to lie again and again and again, and they never tell you the truth. Every time you sit to counsel them, every time you sit to talk to them, they are just lying to you. They just lie to you all the time. एक चौथे नंबर ਤੇ ਹੈ ਜੋ ਕੈਰੈਕਟਰਿਸਟਿਕਸ ਜੋ ਨਿਸ਼ਾਨੀ ਕਿ ਉਹ ਹਮੇਸ਼ਾ ਝੂਠ ਹੀ ਬੋਲਦੇ ਰਹਿੰਦੇ ਆ ਕਿ ਉਹਨਾਂ ਦੀ ਬਸ ਦੀ ਗੱਲ ਇਹ ਕਿ ਦੁਬਾਰਾ ਝੂਠ ਬੋਲਦੇ ਰਹਿਣਾ ਫਿਰ ਦੁਬਾਰਾ ਝੂਠ ਬੋਲਣਾ ਹਰ ਗੱਲ ਤੇ। Number 5 is when their mind is always thinking about impure things, when their mind is full of impurity. First, the sexual impurity in practice. Then second one, this one is when there is just mental impurity. ਪੰਜਵਾਂ ਹੈਗਾ ਕਿ ਮਾਈਂਡ ਇੰਪਿਉਰਿਟੀ ਕਿ ਜੋ ਮਾਈਂਡ ਦੀ ਅਪਵਿੱਤਰਤਾ ਕਹਿ ਲਓ ਕਿ ਉਹਦੇ 'ਚ ਹਮੇਸ਼ਾ ਆਪਾਂ ਨੂੰ ਹਰ ਵੇਲੇ ਅਪਵਿੱਤਰ ਵਿਚਾਰ ਆਉਂਦੇ ਰਹਿੰਦੇ ਆ ਤੇ ਇਸ ਤਰੀਕੇ ਦੇ ਜੋ ਪਹਿਲਾਂ ਗੱਲ ਕੀਤੀ ਸੀ ਕਿ ਇੱਕ ਤਰ੍ਹਾਂ ਸਰੀਰ ਦੇ ਵਿੱਚ ਪਾਪ ਹੋਣਾ ਤੇ ਜੋ ਪੰਜਵਾਂ ਹੈ ਉਹਦੇ 'ਚ ਆਪਾਂ ਦੇਖਾਂਗੇ ਕਿ ਮੈਂਟਲ ਕਿ ਦਿਮਾਗ ਦੇ ਵਿੱਚ ਆਪਣੇ ਮਾਈਂਡ ਦੇ ਵਿੱਚ ਇੰਪਿਉਰਿਟੀ ਅਪਵਿੱਤਰਤਾ ਹੀ। Number 6 is some sickness and physical ailments. It's like when somebody is sick, when somebody is got some disease or a sickness, when the doctors cannot do anything about it, you know, they've been to doctor, they've been everywhere, but nobody could help them. That is a sign that there is some form of demonic activity in their life. ਛੇਵਾਂ ਜੋ ਕਰੈਕਟਰਿਸਟਿਕ ਨਿਸ਼ਾਨੀ ਹੈ ਉਹ ਕਿ ਇਸ ਤਰੀਕੇ ਦੀ ਬਿਮਾਰੀ ਹੋਣਾ ਜਾਂ ਫਿਰ ਕਹਿ ਲਓ ਕਿ ਕੋਈ ਡਿਜ਼ੀਜ਼ ਹੋਣਾ ਜੋ ਕਿ ਵਾਰੀ ਡਾਕਟਰ ਕੋਲ ਗਏ ਪਰ ਕੋਈ ਵੀ ਉਹਨਾਂ ਨੂੰ ਇਲਾਜ ਨਹੀਂ ਕਰ ਸਕੇ ਕਿਤੇ ਵੀ ਇਲਾਜ ਨਹੀਂ ਹੋਇਆ ਤੇ ਉਹ ਲਾਇਲਾਜ ਬਿਮਾਰੀ ਹੈ ਜਿਵੇਂ ਕਹਿ ਲਓ ਤੇ ਉਸ ਤਰੀਕੇ ਦਾ ਹੋਣਾ ਕਿ ਇਹ ਵੀ ਇੱਕ ਨਿਸ਼ਾਨੀ ਹੈ ਜਿਹੜੀ ਬਸ ਦਿਖਾਉਂਦੀ ਹੈ। Just want to clarify that I'm not talking about, you know, somebody who's got like stage 4 cancer and things like that. I'm talking about like, you know, if somebody says, well, you know, my leg continues to hurt and I don't know what is wrong with my leg. I went to the doctor can't find any problem. I went to everybody, I went for scan, I checked this, I went for x-ray, I tried different medication, but every night my left leg starts to hurt and I don't know what the problem is. It may be that there is a demonic activity in their life. ਮੈਂ ਉਹ ਨਹੀਂ ਕਹਿ ਰਹੀ ਬ੍ਰਦਰ ਕਿ ਜਿਵੇਂ ਮੰਨ ਲਓ ਕਿਸੇ ਨੂੰ ਕੈਂਸਰ 4 ਸਟੇਜ ਦੇ ਵਿੱਚ ਆ ਗਿਆ ਤੇ ਉਹਦਾ ਕੋਈ ਹੁਣ ਕੁਝ ਹੋ ਨਹੀਂ ਸਕਦਾ ਪਰ ਜਿਵੇਂ ਕਿ ਕਹਿ ਲਓ ਕਿਸੇ ਨੇ ਕਿਹਾ ਕਿ ਉਹਦੇ ਲੈਫਟ ਜੋ ਲੈਗ ਹੈ ਤੇ ਉਹਦੇ 'ਚ ਹਮੇਸ਼ਾ ਦਰਦ ਹੁੰਦਾ ਰਹਿੰਦਾ ਪਰ ਉਹ ਕਾਰਨ ਨਹੀਂ ਜਾਣਦਾ ਉਹਨੇ ਡਾਕਟਰਸ ਨੂੰ ਵੀ ਦਿਖਾਇਆ ਉਹਨੇ ਕਹਿ ਲਓ ਕਿ ਮੈਡੀਸਿਨਸ ਵੀ ਲਈਆਂ ਪਰ ਫਿਰ ਵੀ ਕੁਝ ਫਰਕ ਨਹੀਂ ਪਿਆ ਸਹੀ ਨਹੀਂ ਹੈ ਤੇ ਹੋ ਸਕਦਾ ਹੈ ਕਿ ਉਹ ਦੁਸ਼ਟਾਤਮਾ ਦੇ ਕਾਰਨ ਹੋਈ। Last one is blasphemy, mocking Christ, mocking Christians, mocking Christianity, mocking God. When somebody continues to do that, when they are mocking God, when they are mocking Christian things, mocking the Bible, mocking Christ, mocking Holy Spirit, mocking Christian faith, blaspheming God, that means there is demonic activity in their life. सेवंथ है वो है blasphemy means के किसी दे ऊपर उन्हों इस कुछ ना कुछ गलत बोल दे रहना ते तिक्कार देना blasphemy के जो है नहीं पर उधे बारे बोलना mocking के जिਵੇਂ उन्होंने एक मेरे बाजी मार के ते इस तरीके बोल दे रहना पवित्र आत्मा दे बारे परमेश्वर दे वचन दे बारे। Okay, another thing I will now talk to you about is this, that
as part of counseling, you need to get to the root of the problem. You need to get to the doorway of the problem. You see, these demonic things that I mentioned to you, these are perhaps a deeper reason as to why somebody continues to do the things that they do. ਤੇ, ਜੋ ਇਹਦਾ ਕਹਿ ਲੋ ਕਿ ਮਕਸਦ ਹੈ, ਜੋ ਸਲਾਹਕਾਰੀ ਜਿਹਦੇ ਬਾਰੇ ਆਪਾਂ ਕਰ ਰਹੇ ਹਾਂ, ਉਹਦਾ ਆਪਣਾ ਮਕਸਦ ਕੀ ਹੈ ਕਿ ਉਹਦੀ ਤਹਿ ਦੇ ਵਿੱਚ ਜਾਣਾ, ਉਹਦੀ ਜੜ ਦੇ ਵਿੱਚ ਜਾਣਾ ਕਿ ਇਸ ਤਰੀਕੇ ਇਹਦੇ ਜੀਵਨ ਦੇ ਵਿੱਚ ਕਿਉਂ ਹੋ ਰਿਹਾ, ਕਿੱਥੋਂ ਹੋਣਾ ਸ਼ੁਰੂ ਹੋਇਆ ਕਾਰਨ, ਤਾਂ ਕਿ ਆਪਾਂ ਜਾਣ ਸਕੀਏ ਉਹਦੇ ਬਾਰੇ ਹੋਰ ਵੀ। See, the Bible says that a curse without a reason cannot prevail against us. ਤੇ ਆਪਾਂ ਬਾਈਬਲ 'ਚ ਪੜ੍ਹਿਆ ਕਿ ਜੋ ਸ਼ਰਾਪ ਹੈ ਉਹ ਜੇ ਕਾਰਨ ਕਰਦਾ ਤੇ ਉਹਦੇ ਉੱਤੇ ਜੋ ਸ਼ਰਾਪ ਬੋਲਿਆ ਜਾਏ ਉਹ ਕਦੇ ਵੀ ਪੂਰਾ ਨਹੀਂ ਹੋਏਗਾ। Any curse without a reason cannot prevail against a Christian. ਤੇ ਜੋ ਵੀ ਕਰਸਿਸ ਹੈਗੇ ਆ ਜੋ ਮਸੀਹ ਦੇ ਵਿਰੋਧ 'ਚ ਹੈਗੇ ਆ ਤੇ ਉਹਨੂੰ ਉਹ ਡਿਜ਼ਰਵ ਨਹੀਂ ਕਰਦਾ, ਉਹਦੇ ਅਗੇਂਸਟ ਵਚਨ ਕਹਿੰਦੇ ਕਿ ਕਦੇ ਵੀ ਕੋਈ ਜੋ ਸ਼ਰਾਪ ਹੈ ਉਹ ਸਫਲ ਨਾ ਹੋਣਗੇ। So there can be why people are continually in problem, why they cannot break free from their problems. When you are counseling, you need to understand the root. It is the root you need to get to. ਤੇ ਜਦ ਆਪਾਂ ਦੇਖਦੇ ਹਾਂ, ਕਈ ਵਾਰੀ ਆਪਾਂ ਸਲਾਹ ਦਿੰਦੇ ਹਾਂ, ਆਪਾਂ ਦੇਖਦੇ ਹਾਂ ਕਿ ਉਹ ਕੀ ਕਾਰਨ ਹੈ ਕਿ ਬੰਦਾ ਉਸ ਚੀਜ਼ ਚੋਂ, ਉਸ ਪਾਪ ਚੋਂ ਬਾਰ-ਬਾਰ ਉਹਦੇ 'ਚ ਡਿੱਗ ਰਿਹਾ, ਨਿਕਲ ਕੇ ਨਹੀਂ ਆ ਰਿਹਾ ਉਸ ਚੋਂ, ਜਾਂ ਫਿਰ ਉਹਦੀ ਜ਼ਿੰਦਗੀ 'ਚ ਵਾਰੀ-ਵਾਰੀ ਇਹੀ ਪਾਪ, ਇਹੀ ਪ੍ਰੋਬਲਮ ਆਈ ਜਾ ਰਹੀ ਹੈ, ਤੇ ਆਪਾਂ ਨੂੰ ਉਹਦੀ ਕਹਿ ਲਓ ਕਿ ਜੜ ਦੇ ਵਿੱਚ ਜਾਣਾ ਹੈ। So firstly, if we see any of these 7 things or similar to these 7 things, you see there's a demonic activity in someone's life, that means that there is now demonic activity and they need to be delivered. ਸਭ ਤੋਂ ਪਹਿਲਾਂ ਤਾਂ ਜਦ ਆਪਾਂ ਜਿਹੜੇ 7 ਚੀਜ਼ਾਂ ਬਾਰੇ ਗੱਲ ਕੀਤੀ, ਜੋ 7 ਨਿਸ਼ਾਨ ਬਾਰੇ ਕਿ ਜੇ ਆ ਚਿੰਨ੍ਹ ਆਪਾਂ ਨੂੰ ਉਹਨਾਂ ਦੇ ਵਿੱਚ ਦਿਖਾਈ ਦੇਣ, ਤੇ ਆਪਾਂ ਨੂੰ ਉਸੇ ਸਮੇਂ ਸਮਝ ਲੈਣਾ ਕਿ ਇਹਨਾਂ ਦੇ ਜ਼ਿੰਦਗੀਆਂ ਦੇ ਵਿੱਚ ਕਹਿ ਲਓ ਕਿ ਦੁਸ਼ਟ ਆਤਮਾ ਦਾ ਪ੍ਰਭਾਵ ਹੈ ਜਾਂ ਫਿਰ ਉਹ ਕੰਮ ਕਰ ਰਹੇ, ਤੇ ਉਹਨਾਂ ਦੇ ਲਈ ਛੁਟਕਾਰੇ ਦੀ ਜ਼ਰੂਰਤ ਹੈ, deliverance ਦੀ। So firstly, you need to lead the person into repentance, and secondly, you need to cast the demon out. ਉਹਦੇ ਲਈ ਕੀ ਕਰਨਾ, ਸਭ ਤੋਂ ਪਹਿਲਾਂ ਉਸ ਬੰਦੇ ਨੂੰ ਆਪਾਂ ਨੂੰ ਕੀ ਹੈ, ਪਛਤਾਪ ਦੀ ਤਰਫ ਲੈ ਕੇ ਆਉਣਾ ਹੈ ਕਿ ਇਹਦੇ ਲਈ ਪਛਤਾਪ ਕਰਨਾ ਜ਼ਰੂਰੀ ਹੈ ਤੇ ਤੁਸੀਂ ਪਛਤਾਪ ਕਰੋ, ਤੇ ਉਸ ਤੋਂ ਬਾਅਦ You need to cast the demon out. You need to cast the demon out. ਤੇ ਉਸ ਤੋਂ ਬਾਅਦ ਤੁਸੀਂ ਉਸ ਜੋ ਕਹਿ ਲਓ ਕਿ ਦੁਸ਼ਟ ਆਤਮਾ ਜੋ ਡੀਮਨਸ ਹੈ ਉਹਨੂੰ ਤੁਸੀਂ ਬਾਹਰ ਕੱਢੋਗੇ। Amen. Is everyone okay? Are you still with me? Is it making sense? ਆ ਰਹੀ ਸਮਝ? Praise the Lord. Little bit deeper subject, but we need to understand this. So just to recap, before we go further, let's just recap quickly before I go further, because there's another important element. So firstly, we understood what is counseling. Okay. Secondly, we understood that Christian counseling is different from secular counseling because it uses the word of God. ਕਿ ਅੱਗੇ ਜਾਣ ਤੋਂ ਪਹਿਲਾਂ ਥੋੜਾ ਜਿਹਾ ਆਪਾਂ ਪਿੱਛੇ ਦੇਖ ਲੈਂਦੇ ਹਾਂ ਇੱਕ ਵਾਰੀ ਕਿ ਆਪਾਂ ਕਿਹਾ ਕਿ ਕਾਉਂਸਲਿੰਗ ਕੀ ਹੈ, ਜੋ ਸਲਾਹਕਾਰੀ ਹੈ ਉਹ ਕੀ ਹੈ, ਤੇ ਜੋ ਮਸੀਹੀ ਸਲਾਹਕਾਰੀ ਹੈ ਉਹ ਸੈਕੂਲਰ ਜੋ ਸੰਸਾਰਿਕ ਸਲਾਹਕਾਰੀ ਹੈ ਉਸ ਤੋਂ ਵੱਖਰੀ ਕਿਵੇਂ ਹੈ, ਕਿਉਂਕਿ ਇਹਦੇ ਵਿੱਚ ਪਰਮੇਸ਼ਰ ਦਾ ਵਚਨ ਹੈ। And thirdly, we looked at how do we do counseling, and when we talk about how do we do counseling, we looked at that the aim is not to bring justification on the table, but the aim is to bring conviction. ਫਿਰ ਆਪਾਂ ਇੱਕ ਹੋਰ ਪੁਆਇੰਟ ਦੇਖਿਆ ਕਿ ਇਹ ਕਿਵੇਂ ਦਿੱਤੀ ਜਾਏ, ਕਾਉਂਸਲਿੰਗ ਕਰਨੀ ਕਿਵੇਂ ਚਾਹੀਦੀ ਹੈ, ਜੋ ਸਲਾਹਕਾਰੀ ਕਿਵੇਂ ਕਿਸ ਪ੍ਰਕਾਰ ਦਿੱਤੀ ਜਾਂਦੀ ਹੈ, ਤੇ ਉਹਦੇ 'ਚ ਆਪਾਂ ਨੂੰ ਧਿਆਨ ਰੱਖਣਾ ਹੈ ਕਿ ਇਹ ਜਸਟੀਫਿਕੇਸ਼ਨ, ਇਹਦਾ ਏਮ, ਇਹਦਾ ਮਕਸਦ ਆ ਨਹੀਂ ਹੈ ਕਿ ਕਿਸੇ ਨੂੰ ਬੁਰਾ ਫੀਲ ਕਰਵਾਉਣਾ ਜਾਂ ਫਿਰ ਜਸਟੀਫਿਕੇਸ਼ਨ ਕਿ ਸਫਾਈ ਦੇ ਸਕੇ ਤੇ ਕਿਸੇ ਹੋਰ ਦੇ ਉੱਪਰ ਦੋਸ਼ ਲਗਾਉਣਾ, ਪਰ ਉਹਦਾ ਮਕਸਦ ਹੈ ਕਿ ਕਨਵਿਕਸ਼ਨ, ਉਸ ਬੰਦੇ ਨੂੰ ਕਨਵਿਕਟ ਕਰਨਾ ਕਿ ਕਿੱਥੇ ਤੇਰੇ ਤੋਂ ਗਲਤੀ ਹੋਈ ਹੈ, ਉਸ ਚੀਜ਼ ਨੂੰ ਦਿਖਾਉਣਾ। And we need to address sin. We cannot minimize sin. We cannot hide the sin away. We cannot brush sin under the carpet. We need to highlight. If there is sinfulness, if there is sin in somebody's life, we need to highlight that sin in their life. ਫਿਰ ਆਪਾਂ ਅੱਗੇ ਦੇਖਿਆ ਸੀਗਾ ਕਿ ਕਦੇ ਵੀ ਕਾਉਂਸਲਿੰਗ ਦੇ ਦੌਰਾਨ ਜਾਂ ਫਿਰ
ਜਦੋਂ ਆਪਾਂ ਸਲਾਹਕਾਰੀ ਦਿੰਦੇ ਆ ਤੇ ਉਹਦੇ ਦੌਰਾਨ ਐਵੇਂ ਨਾ ਹੋਏ ਕਿ ਆਪਾਂ ਕਿਸੇ ਦੇ ਪਾਪ ਨੂੰ ਛੁਪਾ ਦਈਏ ਜਾਂ ਫਿਰ ਨਜ਼ਰ ਅੰਦਾਜ਼ ਨਹੀਂ ਕਰਨਾ ਕਿਸੇ ਦੇ ਵੀ ਪਾਪ ਨੂੰ। ਚੰਗਾ ਹੈ ਕਿ ਉਹਨੂੰ ਦੱਸਣਾ ਉਹਦੇ ਪਾਪ ਦੇ ਬਾਰੇ, ਉਹਦੀ ਪ੍ਰੋਬਲਮ ਦੇ ਬਾਰੇ, ਕਿ ਇਸ ਪਾਪ ਦੇ ਕਾਰਨ ਇਸ ਤਰੀਕੇ ਹੋ ਸਕਦਾ ਹੈ। Good. And then we got to the point that sometimes counseling will require deliverance. We need to administer deliverance to people, because if they continue to have the same problem again and again and again, that means there is demonic activity in their lives. And we looked at a few things that can point to the fact that there is demonic activity in their life. ਫਿਰ ਆਪਾਂ ਦੇਖਿਆ ਕਿ ਕਿਸ ਪ੍ਰਕਾਰ ਜੋ ਕਾਉਂਸਲਿੰਗ ਹੈ ਉਹਦੇ ਵਿੱਚ ਕਈ ਵਾਰੀ ਡਿਲੀਵਰੈਂਸ ਵੀ ਕਰਨੀ ਪੈ ਸਕਦੀ ਹੈ, ਕਿਉਂਕਿ ਜੋ ਆਪਾਂ ਕਰੈਕਟਰਿਸਟਿਕਸ, ਜੋ ਨਿਸ਼ਾਨੀਆਂ, 7 ਨਿਸ਼ਾਨੀਆਂ ਆਪਾਂ ਦੇਖਿਆ ਸਿੱਖਿਆ ਕਿ ਜਦੋਂ ਆਪਾਂ ਨੂੰ ਉਹ ਚਿੰਨ੍ਹ ਦਿਖਾਈ ਦਿੰਦੇ ਹੈ ਤੇ ਉਸ ਦੌਰਾਨ ਕੀ ਹੈ ਕਿ ਉਸ ਡਿਲੀਵਰੈਂਸ ਨੂੰ ਵੀ ਕਾਉਂਸਲਿੰਗ ਦੇ ਵਿੱਚ ਕਰਨਾ ਪੈ ਸਕਦਾ ਹੈ। Okay. And then I said that we are now going to look at very important point in counseling. There is an other aspect in counseling that when you're talking to people, you might realize that there may be curses upon their life. तो अगली चीज जो मैं गल करन जा रहा ਉਹ ਵੀ ਬਹੁਤ ਇੰਪੋਰਟੈਂਟ ਹੈ ਕਿ ਕਈ ਵਾਰੀ ਜਦੋਂ ਆਪਾਂ ਸਲਾਹਕਾਰੀ ਕਰਦੇ ਕਿਸੇ ਦੇ ਨਾਲ ਗੱਲਬਾਤ ਕਰ ਰਹੇ ਹੁੰਦੇ ਆ ਜਾਂ ਸਲਾਹ ਲੈਣ ਹੁੰਦੇ ਆ ਤੇ ਆਪਾਂ ਦੇਖ ਸਕਦੇ ਕਿ ਉਹਨਾਂ ਦੀ ਕਾਰਨ ਇਹ ਵੀ ਹੋ ਸਕਦਾ ਹੈ, ਇਹਨਾਂ ਸਭ ਕਾਰਨਾਂ ਦੇ ਛੱਡ ਕੇ ਇਹ ਵੀ ਹੋ ਸਕਦਾ ਕਿ ਕੁਝ ਐਸੇ ਸ਼ਰਾਪ ਹੋਣ ਜੋ ਪੁਰਾਣੇ ਜੋ ਉਹਨਾਂ ਦੀ ਜ਼ਿੰਦਗੀਆਂ 'ਚ ਕੰਮ ਕਰ ਰਹੇ ਨੇ। Curses are very, very common in Asian cultures and perhaps in many other cultures as well. Curses are very common, but you will now, when I talk about this more, you will understand more. So when you are talking to people, when they are highlighting their problem to you, look out for these signs, these indications that can tell you if there is a curse upon their life. ਤੇ ਆਪਾਂ ਇਹਦੇ ਬਾਰੇ ਵੀ ਦੇਖਾਂਗੇ ਕਿ ਜਦ ਆਪਾਂ ਉਹਦੇ ਨਾਲ ਗੱਲ ਕਰਦੇ ਆ ਤੇ ਇਹਨਾਂ ਜੋ ਆਪਾਂ ਹੁਣ ਸਿੱਖ ਰਹੇ ਆ ਉਹਨਾਂ ਚੀਜ਼ਾਂ ਨੂੰ ਆਪਾਂ ਨੋਟ ਕਰਨਾ, ਦੇਖਣਾ ਹੈ ਕਿ ਉਹਨਾਂ ਦੀ ਜ਼ਿੰਦਗੀਆਂ ਦੇ ਵਿੱਚ ਕੋਈ ਸ਼ਰਾਪ ਤਾਂ ਨਹੀਂ ਗੇ, ਕਿਉਂਕਿ ਆਪਣੇ ਕਲਚਰ 'ਚ ਤੇ ਦੂਸਰੇ ਕਲਚਰਸ ਦੇ ਵਿੱਚ ਵੀ ਇਹ ਬੜਾ ਕੰਮ ਕਰਦਾ ਕਿ ਸ਼ਰਾਪ ਦੇ ਕਾਰਨ ਉਹਦੀ ਜ਼ਿੰਦਗੀਆਂ 'ਚ ਬਹੁਤ ਕੁਝ ਠੀਕ ਨਹੀਂ ਚੱਲ ਰਿਹਾ ਹੁੰਦਾ। So 6 signs or indications of people perhaps having curses upon their life. The good news is this, that as a Christian minister, you have the power to break those curses. ਦਿਖਾਂਗੇ 6 ਐਸੇ ਕਹਿ ਲੋ ਕਿ ਚਿੰਨ੍ਹ ਜਾਂ ਫਿਰ ਇੰਡੀਕੇਸ਼ਨਸ ਜੋ ਆਪਾਂ ਨੂੰ ਦਿਖਾਉਂਦੇ ਆ ਕਿ ਇਹਨਾਂ ਉਹਨਾਂ ਲੋਕਾਂ ਦੀ ਜ਼ਿੰਦਗੀਆਂ ਦੇ ਵਿੱਚ ਜਾਂ ਫਿਰ ਕਿਸੇ ਦੀ ਜ਼ਿੰਦਗੀ 'ਚ ਕਰਸਿਸ ਵੀ ਹੋ ਸਕਦੇ ਆ, ਸ਼ਰਾਪ ਕੰਮ ਕਰ ਰਹੇ ਆ। ਇਹਨਾਂ ਚਿੰਨ੍ਹਾਂ ਨੂੰ ਆਪਾਂ ਦੇਖਾਂਗੇ। ਪਰ ਚੰਗੀ ਖਬਰ, ਖੁਸ਼ਖਬਰੀ ਆ ਹੈ ਕਿ ਪਰਮੇਸ਼ਰ ਦੇ ਵਚਨ ਦੇ ਵਿੱਚ ਆਪਾਂ ਨੂੰ ਹਿਦਾਇਤ ਦਿੱਤੀ ਗਈ ਹੈ, ਕਹਿ ਲੋ ਕਿ ਅਥਾਰਟੀ ਹੈ ਕਿ ਆਪਾਂ ਇਸ ਜੋ ਸ਼ਰਾਪ ਹੈ ਉਹਨਾਂ ਨੂੰ ਤੋੜ ਸਕਦੇ ਆ ਯਿਸੂ ਦੇ ਨਾਮ 'ਚ। Amen. Amen. So, number one sign, number one indication is mental breakdown. Mental breakdown. When somebody has a mental breakdown, when they go crazy, when they go mental, when they, कहते हैं ना खिसक गया, when something like that happens, that means there could be a curse upon their life. ਸਭ ਤੋਂ ਪਹਿਲਾ ਜੋ ਸਾਈਨ ਹੈ, ਜੋ ਚਿੰਨ੍ਹ ਹੈ ਆਪਾਂ ਦੇਖਾਂਗੇ ਉਹ ਹੈ ਮੈਂਟਲ ਬ੍ਰੇਕਡਾਊਨ, ਕਿ ਉਹਨਾਂ ਦਾ ਜੋ ਕਹਿ ਲੋ ਕਿ ਆਪਾਂ ਖੋ ਦੇਣਾ, ਕਿ ਆਪਣਾ ਦਿਮਾਗੀ ਸੰਤੁਲਨ ਖੋ ਦੇਣਾ, ਕਿ ਉਹ ਆਪਣੇ ਉਸ ਤੋਂ ਬਾਹਰ ਹੋ ਜਾਂਦੇ ਆ। ਤੇ ਹੋ ਸਕਦਾ ਇਹ ਦਰਸਾਉਂਦਾ ਹੈ ਕਿ ਜਦੋਂ ਆਪਣਾ ਦਿਮਾਗੀ ਸੰਤੁਲਨ ਜਦੋਂ ਕੋਈ ਖੋ ਦਿੰਦਾ ਹੈ ਜਾਂ ਫਿਰ ਆਪੇ ਤੋਂ ਬਾਹਰ ਹੋ ਜਾਂਦਾ, ਤੇ ਹੋ ਸਕਦਾ ਹੈ ਕਿ ਇੱਕ ਚਿੰਨ੍ਹ ਹੋਏ ਇਹ ਸ਼ਰਾਪ ਦਾ। Second sign of a curse, the way you can know that maybe somebody is under curse, is repeated or hereditary sicknesses upon their life. It's like a sickness that continues to happen in their life, that their father had a heart problem, the older brother had heart problem, mother had heart problem, grandfather had heart problem, great great grandfather had heart problem, and now they have a heart problem. That means there is a family sickness. There is a curse that needs to be broken.
दूसरी चीज है जो आप देख सकते हैं कि जो कोई रिपीटेड सिकनेस के जे कोई लगातार कोई ऐसी बीमारी जो उन्होंने पुरखावां तो चलती आ रही है, उन्होंने दादे परदादे नु सी, फिर दादे नु होगी, फिर पिता नु, फिर पुत्रा नु, या फिर उन्हों तक आ गई है। तो ऐसी कोई बीमारी, ऐसी सिकनेस जो चलती आ रही है पुरखा तो अपनी फैमिलीज ते हो सकता है कि एक चिन्ह होए कि उन्हों दी लाइफ दे विच श्राप ने। Miscarriages and barrenness in women are sometimes a sign of somebody who might have put a curse upon somebody. This can be a sign as well, at times, not saying in all cases, but many a times, if somebody continues to have, a lady continues to have miscarriages or barrenness, that can be an indication of a curse that needs to be broken. कई दफा जो बांझपन है या फिर जो मिसकैरेज हो जाना वारी वारी, हर वारी नहीं पर किसी किसी केस दे विच ब्रदर ने कहा कि जे ये चीज कर्स दे एक कह लो के कारण हो सकती है, श्राप दे कारण हो सकती है कि वुमेन्स दे विच, औरतां दे विच वारी वारी मिसकैरेज होना या फिर बांझपन। Number 4, continual financial poverty. When somebody continues to be poor, continues to have financial difficulties, and they cannot come out of their financial difficulties, that can also be a sign that there are curses in their life, or there is a curse in their life. चौथे नंबर पे किया कि पॉवर्टी, जो गरीबी ऐसी कि वो इस बारी बारी जो कुछ भी कर देते फिर वो इन्ना चलता नहीं थे, कह लो कि गरीबी बनी ही रहती है उन्होंने परिवारां च, उन्हों दी जिंदगी च, ते दर्शाਉਂਦਾ है कि एक श्राप दे कारण भी हो सकता है। Another one is accident, likeliness of having an accident, like accidentally something goes wrong, car accident, father had a car accident, mother had a car accident. The history of accidents, not just car accidents or suddenly some form of an accident, house got burned, suddenly there is a line of accidents, there is a history of accidents in their life. नंबर ते कि एक ऐसा कह लो कि इतिहास या फिर फैमिली दे विच कुछ ऐसा कि एक्सीडेंट्स ही होंदे आ रहे हैं कि जिवें कार एक्सीडेंट्स हो गए, ते ब्रदर ने कहा कि जरूरी नहीं है कि जिवें जो कार एक्सीडेंट्स या रोड एक्सीडेंट्स ही होई जा रहे हैं कि पिता दा भी होया ते फिर फैमिली च फिर किसी दा हो गया, पर हो सकता है कि जिवें उन्हां दा पहला किसी दा घर दे विच अग लग गई ते फिर ओही दोबारा जो अपनी नेक्स्ट जनरेशन आई या फिर जो अपनी फैमिली मेंबर किसी होर दे विच हो गया, Like there's a history of accidents. And another one, the sixth one, the final one, is family suicidal tendencies. That in the history of the family there is a suicidal tendency that they want to kill themselves, they want to hurt themselves, or the older brother or a cousin or somebody committed suicide, another family member committed suicide, and they get suicidal thoughts all the time. So if they are talking things like that, when you're talking to them, you can see that maybe there's a curse upon their life. ਜਦੋਂ ਤੁਸੀਂ ਉਹਨਾਂ ਨਾਲ ਗੱਲ ਕਰ ਰਹੇ ਹੋ, ਜਿਨ੍ਹਾਂ ਨੂੰ ਜੋ ਸਲਾਹ ਲੈਣ ਆਇਆ ਤੇ ਮੰਨ ਲਓ ਉਹ ਐਸੀ ਗੱਲਾਂ ਵਾਰੀ-ਵਾਰੀ ਬੋਲ ਰਹੇ ਕਿ ਸੁਸਾਈਡਲ ਥਾਟਸ ਹੈ ਕਿ ਉਹਨਾਂ ਦੇ ਮਰਨ ਦੇ ਵਿਚਾਰ ਆਉਂਦੇ ਉਹਨਾਂ ਨੂੰ ਵਾਰੀ-ਵਾਰੀ, ਤੇ ਜਦੋਂ ਤੁਸੀਂ ਉਹਨਾਂ ਦੇ ਰੂਟ ਦੇ ਵਿੱਚ ਜਾਓਗੇ, ਮਤਲਬ ਅੱਗੇ ਉਹਨਾਂ ਦੇ ਨਾਲ ਡਿਸਕਸ਼ਨ ਕਰੋਗੇ ਤੇ ਪਤਾ ਜੇ ਐਵੇਂ ਲੱਗੇ ਕਿ ਉਹਨਾਂ ਦੀ ਫੈਮਿਲੀ ਦੇ ਵਿੱਚ ਕੁਝ ਐਸਾ ਹੈ ਕਿ ਸੁਸਾਈਡਲ, ਕਿ ਉਹਨਾਂ ਦੇ ਬ੍ਰਦਰ ਨੇ ਐਵੇਂ ਕੀਤਾ ਤੇ ਫਿਰ ਉਹਦੇ ਵਿੱਚ ਵੀ ਐਵੇਂ ਥਾਟਸ ਆਉਂਦੇ ਆ, ਤੇ ਫੈਮਿਲੀ ਚ ਪਹਿਲਾਂ ਵੀ ਕਿਸੇ ਨੇ ਐਵੇਂ ਕੀਤਾ ਸੀਗਾ, ਸੁਸਾਈਡ ਕੀਤਾ ਸੀ, ਤੇ ਫਿਰ ਉਹਨੂੰ ਐਵੇਂ ਥਾਟਸ ਆ ਰਹੇ, ਤੇ ਇੱਕ ਕਾਰਨ ਹੈ ਕਿ ਉਹਦੀ ਲਾਈਫ ਚ ਸ਼ਰਾਪ ਹੋ ਸਕਦਾ ਹੈ। So we need the Holy Spirit to help us during counseling to understand that maybe somebody have curses upon their life, or maybe to understand that maybe there's a demonic activity in their life, or maybe both. And we need the help of the Holy Spirit when we are sitting down with somebody, when we are counseling someone. We need to be praying. We need to be praying before, during, and we need to be seeking and being sensitive to the voice of the Holy Spirit to see what is the problem here, what is the root cause.
ਤੇ ਸਲਾਹ ਦਿੰਦੇ ਸਮੇਂ ਬਹੁਤ ਜ਼ਰੂਰੀ ਹੈ ਕਿ ਆਪਾਂ ਪ੍ਰਾਰਥਨਾ ਕਰਕੇ ਇਹਨੂੰ ਸ਼ੁਰੂ ਕਰੀਏ ਤੇ ਲਗਾਤਾਰ ਪ੍ਰਾਰਥਨਾ ਕਰਦੇ ਰਹੀਏ ਉਹਦੇ ਦੌਰਾਨ ਵੀ ਤੇ ਪ੍ਰਾਰਥਨਾ ਵਿੱਚ ਪਵਿੱਤਰ ਆਤਮਾ ਤੋਂ ਪੁੱਛੀਏ ਕਿ ਕੀ ਕਾਰਨ ਹੋ ਸਕਦਾ ਹੈ ਕਿ ਕੋਈ ਸ਼ਰਾਪ ਇਹਦਾ ਕਾਰਨ ਹੈ ਜਾਂ ਫਿਰ ਕੋਈ ਜਿਹੜੇ ਆਪਾਂ ਜੋ 7 ਨਿਸ਼ਾਨੀਆਂ ਪੜੀਆਂ ਕਿ ਜੋ ਦੁਸ਼ਟ ਆਤਮਾ ਇਹਦੇ ਅੰਦਰ ਹੈ ਜਾਂ ਫਿਰ ਕੀ ਕਾਰਨ ਹੈ ਤੇ ਜ਼ਰੂਰੀ ਹੈ ਕਿ ਆਪਾਂ ਪ੍ਰਾਰਥਨਾ ਦੇ ਵਿੱਚ ਪਰਮੇਸ਼ਰ ਤੋਂ ਪਵਿੱਤਰ ਆਤਮਾ ਤੋਂ ਇਹਦੇ ਬਾਰੇ ਪੁੱਛੀਏ ਤੇ ਪ੍ਰਾਰਥਨਾ 'ਚ ਰੱਖੀਏ. Amen. There are, however, some reasons as to why enemy has been able to put a curse upon their life, and these doorways or these reasons, we will talk about those now. As to why do they have demonic activity? Why there is a curse upon their life? ਫਿਰ ਅਗਲਾ ਚ ਆਪਾਂ ਦੇਖਣਾ ਹੈ ਕਿ ਕਿਉਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਐਸੀ ਪ੍ਰੋਬਲਮ ਹੈ ਤੇ ਕਿਉਂ ਉਹਨਾਂ ਦੀ ਲਾਈਫ 'ਚ ਦੁਸ਼ਟ ਆਤਮਾ ਨੇ ਕਿਉਂ ਅਟੈਕ ਕੀਤਾ ਤੇ ਕਰਸਿਸ ਕਿਉਂ ਹੈਗੇ, ਕਿਉਂ ਕਰਸਡ ਹੈਗੇ, ਉਹਨਾਂ ਦੀ ਲਾਈਫ 'ਚ ਸ਼ਰਾਪ ਕਿਉਂ ਕੰਮ ਕਰ ਰਿਹਾ ਹੈ ਤੇ ਇਹਨਾਂ ਚੀਜ਼ਾਂ ਦੇ ਕਾਰਨ ਆਪਾਂ ਜਾਣਦੇ. Firstly, obviously, when we become born again, okay, we carry a lot of burden, a lot of wrong curses, wrong things into our life when we become born again. ਸਭ ਤੋਂ ਪਹਿਲਾਂ ਜਦੋਂ ਆਪਾਂ ਨਵਾਂ ਜਨਮ ਪ੍ਰਾਪਤ ਕਰਦੇ ਹਾਂ, ਆਪਾਂ ਨਵੇਂ ਜਨਮ ਲੈਂਦੇ ਹਾਂ ਤੇ ਬਹੁਤ ਸਾਰੀ ਐਸੀ ਚੀਜ਼ਾਂ ਕਹਿ ਲਓ ਕਿ ਸ਼ਰਾਪ ਜਾਂ ਫਿਰ ਜੋ ਚੀਜ਼ਾਂ ਨੇ ਉਹ ਆਪਾਂ ਕੈਰੀ ਕੀਤੇ ਹੁੰਦੇ ਆ ਕਿ ਜਿਵੇਂ ਬੋਝਾ ਚੱਕਿਆ ਹੁੰਦਾ ਆਪਾਂ ਤੇ ਇਹਨਾਂ ਸਭ ਚੀਜ਼ਾਂ ਦਾ. That is why we go through encounter stage to deal with those curses, to deal with those problems. ਤਾਂ ਕਰਕੇ ਆਪਾਂ ਐਨਕਾਊਂਟਰ ਜਿਹਦੇ ਵਿੱਚ ਕਿ ਪਰਮੇਸ਼ਰ ਦੇ ਨਾਲ ਹੋਲੀ ਸਪਿਰਿਟ ਦੇ ਨਾਲ ਜੋ ਐਨਕਾਊਂਟਰ ਹੈ ਤੇ ਉਹਦੇ ਵਿੱਚ ਜਾਣੇ ਕਿ ਇਸ ਚੀਜ਼ਾਂ ਤੋਂ ਆਪਾਂ ਛੁਟਕਾਰਾ ਪਾ ਸਕੀਏ. So there can be obviously generational curses from our ancestors that we have carried into our life. ਹੋ ਸਕਦਾ ਹੈ ਕਿ ਪੁਰਖਾਂ ਤੋਂ ਕੋਈ ਸ਼ਰਾਪ ਚੱਲਦੇ ਆ ਰਹੇ ਹੋਣ ਤੇ ਆਪਣੇ ਕਹਿ ਲਓ ਬਾਪ ਦਾਦਿਆਂ ਨੇ ਜਾਂ ਫਿਰ ਪੜਦਾਦੇ ਨੇ ਕੁਝ ਐਸਾ ਪਾਪ ਕੀਤਾ ਜਿਹਦੇ ਕਰਕੇ ਕਿ ਸ਼ਰਾਪ ਆਪਣੀ ਲਾਈਫ ਦੇ ਵਿੱਚ ਜਨਰੇਸ਼ਨ ਟੂ ਜਨਰੇਸ਼ਨ ਉਹ ਚੱਲਦੇ ਆ ਰਹੇ. Especially if we come from a non-Christian background, which most of us do, we carry a lot of curses into our Christian lifestyle. ਖਾਸ ਕਰਕੇ ਉਦੋਂ ਜਦ ਆਪਾਂ ਇੱਕ ਐਸੀ ਫੈਮਿਲੀ ਦੇ ਵਿੱਚੋਂ ਆ ਰਹੇ ਜਿੱਥੇ ਕਿ ਆਪਾਂ ਜਦੋਂ ਆਪਣੀ ਫੈਮਿਲੀ ਦੇ ਵਿੱਚ ਮਸੀਹ ਕੋਈ ਵੀ ਨਹੀਂ ਸੀ ਤੇ ਆਪਾਂ ਵੀ ਜਦੋਂ ਮਸੀਹ 'ਚ ਆਏ ਤੇ ਕਿ ਆਪਾਂ ਇਹ ਸਾਰਾ ਭਾਰ ਆਪਣੇ ਉੱਪਰ ਲੈ ਕੇ ਆਏ. This is why when a believer comes to a church, they need to repent, they need to be prayed upon, they need to be baptized, they need to have infilling of the Holy Spirit, and they need deliverance sometimes. So they can be delivered from the curses. Curses can be broken, demonic activities can be broken, and they can be set free. ਤੇ ਤਾਂ ਕਰਕੇ ਬਹੁਤ ਜ਼ਰੂਰੀ ਕਿ ਜਦੋਂ ਕੋਈ ਮਸੀਹ ਦੇ ਵਿੱਚ ਨਵਾਂ ਆਉਂਦਾ ਹੈ ਤੇ ਉਹਦੇ ਲਈ ਪ੍ਰਾਰਥਨਾ ਕੀਤੀ ਜਾਏ ਤੇ ਉਹਨੂੰ ਬਪਤਿਸਮਾ ਦਿੱਤਾ ਜਾਏ ਤੇ ਉਹਨੂੰ ਸਭ ਤੋਂ ਪਹਿਲਾਂ ਉਹਨੂੰ ਪਛਤਾਪ ਕਰਵਾਇਆ ਜਾਏ, ਪਛਤਾਪ ਦੇ ਲਈ ਉਹਨੂੰ ਸਿਖਾਇਆ ਜਾਏ, ਫਿਰ ਬਪਤਿਸਮਾ ਦਿੱਤਾ ਜਾਏ ਤੇ ਫਿਰ ਹੋ ਸਕਦਾ ਹੈ ਕਿ ਬਾਅਦ ਵਿੱਚ ਉਹਦੇ ਲਈ ਡਿਲੀਵਰੈਂਸ ਦੀ ਪ੍ਰਾਰਥਨਾ ਵੀ ਕਰਨੀ ਪਏ. Another most important doorway is that allows people to open the door for the enemy to come into their life and to bring curses upon their life, and to again, even for Christians, to bring demonic activity in their life is sin. When we live in sin, when we continually, habitually have secret sins in our life, enemy will have access in our lives. ਸਭ ਤੋਂ ਵੱਡਾ ਜੋ ਕਾਰਨ ਹੈ ਉਹ ਹੈ ਕਿ ਐਸੇ ਗੁਪਤ ਪਾਪ ਜੀਵਨਾਂ ਦੇ ਵਿੱਚ ਹੋਣੇ, ਲੋਕਾਂ ਦੇ ਜੀਵਨਾਂ 'ਚ ਹੋਣੇ ਐਸੇ ਗੁਪਤ ਪਾਪ ਜਾਂ ਫਿਰ ਕਹਿ ਲਓ ਕਿ ਪਾਪ ਹੋਣੇ ਜਿਹਦੇ ਦੁਆਰਾ ਇੱਕ ਰਸਤਾ ਬਣ ਗਿਆ ਸ਼ੈਤਾਨ ਦੇ ਲਈ, ਡੀਮਨਸ ਦੇ ਲਈ ਕਿ ਉਹ ਆਪਣੀ ਜ਼ਿੰਦਗੀ ਦੇ ਵਿੱਚ ਉਸ ਬੰਦੇ ਦੀ ਜ਼ਿੰਦਗੀ ਵਿੱਚ ਕੰਮ ਕਰ ਸਕਣ. ਉਹਨਾਂ ਪਾਪਾਂ ਦੇ ਕਾਰਨ ਇੱਕ ਰਸਤਾ ਬਣ ਜਾਂਦਾ, ਉਹ ਡੋਰਵੇ ਬਣ ਜਾਂਦਾ ਹੈ ਤੇ ਜਿਹਦੇ ਕਰਕੇ ਉਹ ਕਰਸਿਸ ਹੋ ਸਕਦਾ ਹੈ ਉਹਦੇ ਉੱਪਰ ਆਏ ਹੈ ਜਾਂ ਫਿਰ ਜੋ ਉਹ ਦੁਸ਼ਟ ਆਤਮਾ ਜੋ ਉਹਨੂੰ ਐਕਸੈਸ ਮਿਲਿਆ ਉਹਦੇ ਜੀਵਨ 'ਚ ਕੰਮ ਕਰਨ ਦਾ. Amen. Praise the Lord. Now we are going to look at some practical tips. Practical tips. So practical tips, you need to practice few of these things with me. I'm looking at your faces. So if you are sitting with somebody, that will be absolutely great. You can do that, but you can also practice that looking at the camera now as well. There are some practical tips that you need to understand, that when you are going to do counseling with people, number one thing that you need to choose is
a relaxed environment. Your environment is very, very important. ਹੁਣ ਆਪਾਂ ਗੱਲ ਕਰਾਂਗੇ ਕੁਝ ਐਸੀ ਪ੍ਰੈਕਟੀਕਲ ਚੀਜ਼ਾਂ ਜੇ ਕਿ ਪ੍ਰੈਕਟੀਕਲ ਮੀਨਸ ਵਿਅਕਤੀਗਤ ਟਿਪਸ ਕੁਝ ਐਸੇ ਜੋ ਕਿ ਆਪਾਂ ਨੂੰ ਕਰਨੇ ਹੈ ਜਿਵੇਂ ਕਿ ਪਹਿਲਾ ਹੈਗਾ ਰਿਲੈਕਸਡ এনवायरमेंट ਕਿ ਜਿੱਥੇ ਤੁਸੀਂ ਕਾਉਂਸਲਿੰਗ ਕਰਨ ਜਾ ਰਹੇ ਹੋ ਜਿੱਥੇ ਤੁਸੀਂ ਬੈਠ ਰਹਾ ਹੈ ਗੱਲ ਕਰਨੀ ਹੈ ਉਹ এনवायरमेंट ਜੋ ਮਾਹੌਲ ਹੋਏ ਉਹ ਬਹੁਤ ਹੀ ਰਿਲੈਕਸਡ ਹੋਏ ਆਰਾਮਦਾਇਕ ਹੋਏ Yeah. By that I means that the person who's coming for counseling in front of you, you need to be able to give them full attention. ਇਹਦਾ ਮਤਲਬ ਹੈਗਾ ਕਹਿੰਦਾ ਕਿ ਜੋ ਪਰਸਨ ਮੰਨ ਲਓ ਜੋ ਕਾਉਂਸਲਿੰਗ ਦੇ ਲਈ ਆਇਆ ਸਲਾਹ ਲੈਣ ਦੇ ਲਈ ਆਇਆ ਉਹਨੂੰ ਇਸ ਤਰੀਕੇ ਲੱਗੇ ਕਿ ਉਹਨੂੰ ਪੂਰਾ ਕਿ ਉਹ ਕੰਫਰਟੇਬਲ ਹੈ ਕਿ ਉਹਨੂੰ ਪੂਰੀ ਅਟੈਂਸ਼ਨ ਮਿਲ ਰਹੀ ਹੈ ਕਿ ਤੁਸੀਂ ਉਹਦੀ ਗੱਲ ਪੂਰੀ ਧਿਆਨ ਨਾਲ ਸੁਣੋਗੇ See, when the pastors take you out for a coffee, when they meet you for a coffee, when they meet you for a tea, they are actually having a counseling session with you. ਤੁਸੀਂ ਦੇਖਿਆ ਕਿ ਜਦ ਪਾਸਟਰ ਜਦੋਂ ਆਪਣੇ ਜੋ ਲੀਡਰਸ ਹੈ ਆਪਾਂ ਨੂੰ ਕਾਫੀ ਤੇ ਜਾਂ ਫਿਰ ਬਾਹਰ ਲੈ ਕੇ ਜਾਂਦੇ ਕਾਫੀ ਦੇ ਲਈ ਤੇ ਉੱਥੇ ਜਾ ਕੇ ਆਪਣਾ ਗੱਲਬਾਤ ਕਰਦੇ ਤੇ ਐਕਚੁਅਲ ਚ ਕੀ ਕਰ ਰਿਹਾ ਉਹ ਇੱਕ ਕਾਉਂਸਲਿੰਗ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਸਲਾਹ ਦੇ ਰਹੇ David is laughing. I think he's had a lot of coffees with Pastor Johnny. Praise the Lord. I took Amandeep for dinner when she came to London. No, that was dinner. That was dinner. That was not counseling session. Misha was there and we were just having dinner together. So, okay. You need to choose your environment. Take somebody for, tea, coffee. Take them to a cafe or to a place where you can be alone with them. ਜਾਂ ਫਿਰ ਤੁਸੀਂ ਕੋਸ਼ਿਸ਼ ਕਰ ਸਕਦੇ ਹੋ ਕਿ ਉਹਨਾਂ ਨੂੰ ਕਾਫੀ ਦੇ ਲਈ ਕਿਸੇ ਐਸੇ ਸਥਾਨ ਦੇ ਵਿੱਚ ਲੈ ਕੇ ਜਾਣ ਜਿੱਥੇ ਉਹਨਾਂ ਨੂੰ ਲੱਗੇ ਕਿ ਉਹਨਾਂ ਦੀ ਪੂਰੀ ਗੱਲ ਸੁਣੀ ਜਾਏਗੀ ਉਹਨਾਂ ਨੂੰ ਅਟੈਂਸ਼ਨ ਮਿਲੇਗੀ ਕਿਸੇ ਐਸੇ ਥਾਂ ਤੇ ਜਿੱਥੇ ਤੁਸੀਂ ਪਰਸਨਲੀ ਗੱਲ ਕਰ ਸਕੋ Rule number 2. This is a very, very important rule. Very, very important rule. Man to man, woman to woman. ਜੋ ਸਭ ਤੋਂ ਇੰਪੋਰਟੈਂਟ ਰੂਲ ਹੈਗਾ ਧਿਆਨ ਦੇਣ ਵਾਲਾ ਉਹ ਹੈਗਾ ਕਿ ਜਦ ਕਾਉਂਸਲਿੰਗ ਤੇ ਇਹ ਸਲਾਹਕਾਰੀ ਕੀਤੀ ਜਾਏ ਤੇ ਉਦੋਂ ਐਵੇਂ ਹੋਇਆ ਬੇਸ਼ੱਕ ਕਿ ਜੋ ਔਰਤ ਹੈ ਉਹਦੇ ਨਾਲ ਔਰਤ ਹੀ ਜਾਏ ਤੇ ਜੋ ਆਦਮੀ ਹੈ ਉਹਦੇ ਨਾਲ ਆਦਮੀ ਹੀ ਕਾਉਂਸਲਿੰਗ ਕਰੇ Especially if you are going to be alone and in a place where nobody can see you. ਖਾਸ ਕਰ ਐਸੀ ਪਲੇਸ ਤੇ ਜੇ ਐਸੀ ਥਾਂ ਤੇ ਜੇ ਤੁਹਾਨੂੰ ਪਤਾ ਹੈ ਕਿ ਉੱਥੇ ਤੁਸੀਂ ਇਕੱਲੇ ਹੋਵੋਗੇ ਤੁਸੀਂ ਉਹਨਾਂ ਦੇ ਨਾਲ ਪਰਸਨਲੀ ਉੱਥੇ ਹੋਵੋਗੇ Trust me, this is a very, very important rule for safeguarding. ਤੇ ਬਚਾਅ ਦੇ ਲਈ ਇਹ ਪੁਆਇੰਟ ਬਹੁਤ ਬਹੁਤ ਜ਼ਰੂਰੀ ਹੈ So let's say when you are, of course, a pastor, sometimes you do have to take women out as well for coffee or to talk to them. So you got two choices. One, you take your wife with you or you take another woman leader with you. So you go together. So especially if they have any female related issues, then they can easily talk about them because there is another lady present. ਜੇ ਇੱਕ ਪਾਸਟਰ ਹੋਣ ਦੇ ਨਾਤੇ ਜੇ ਜਿਹਨੂੰ ਕਾਉਂਸਲਿੰਗ ਦੇਣੀ ਹੈ ਜਾਂ ਫਿਰ ਜੋ ਕਾਉਂਸਲਿੰਗ ਲੈਣਾ ਹੈ ਮੰਨ ਲਓ ਕਿ ਉਹ ਲੜਕੀ ਹੈ ਜਾਂ ਫਿਰ ਔਰਤ ਹੈ ਤੇ ਐਵੇਂ ਹੋ ਸਕਦਾ ਹੈ ਕਿ ਪਾਸਟਰ ਆਪਣੀ ਜਾਂ ਤਾਂ ਫਿਰ ਵਾਈਫ ਨੂੰ ਨਾਲ ਲੈ ਕੇ ਜਾਏ ਜਾਂ ਫਿਰ ਕੋਈ ਵੂਮਨ ਕਾਉਂਸਲਰ ਕੇ ਜੋ ਇੱਕ ਹੋਰ ਜੋ ਕਲੀਸਿਆ ਦੀ ਜੋ ਕੋਈ ਸਿਸਟਰ ਉਹਨੂੰ ਨਾਲ ਲੈ ਕੇ ਜਾਏ ਤਾਂ ਕਿ ਜੇ ਉਹ ਕੋਈ ਕੁੜੀਆਂ ਵਾਲਾ ਕੋਈ ਮਾਮਲਾ ਹੈ ਤਾਂ ਉਹ ਜੋ ਸਲਾਹ ਲੈਣਾ ਹੈ ਉਹ ਖੁੱਲ ਕੇ ਗੱਲ ਕਰ ਸਕਣ Secondly, if it is absolutely unavoidable and you do have to, counsel your Christian sister or somebody in the church, then you do it in the presence of people. So let's say you're sitting on a side and then there are other people present in the hall. So nobody can say that you was alone with another lady. Or you sit in a cafe where are few people, so they cannot hear you, but they can see you, ਐਵੇਂ ਹੋਏ ਕਿ ਜਿੱਥੇ ਕਾਫੀ ਜਿੱਥੇ ਲੋਕ ਮੌਜੂਦ ਹੋਣ ਤੇ ਉੱਥੇ ਤੁਸੀਂ ਗੱਲ ਕਰ ਸਕਦੇ ਹੋ ਕਿ ਦੂਸਰੀ ਤਰਫ ਜਿਵੇਂ ਬ੍ਰਦਰ ਨੇ ਕਿਹਾ ਕਿ ਉੱਥੇ ਗਰੁੱਪ ਹੈ ਉੱਥੇ ਲੋਕ ਬੈਠੇ ਹੈ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਇੱਥੇ ਸੁਣ ਨਹੀਂ ਸਕਦੇ ਮਤਲਬ ਉੱਥੇ ਥੋੜੀ ਪਰਸਨਲ ਡਿਸਕਸ਼ਨ ਦੇ ਵਿੱਚ ਇੰਟਰਫੇਅਰ ਨਹੀਂ ਕਰ ਸਕਦੇ ਬਟ ਉੱਥੇ ਮੌਜੂਦ ਨੇ And same rule applies for the ladies. Ladies, you need to counsel the ladies. If you need, you take a man or you do it, to a man that if
you are present with some other people. So, but generally, let the lady leaders counsel the ladies, let the men leader counsel men. I'm not talking about just normal prayer or normal talking or advice or anything like that. I'm talking about deep counseling. When you're talking about roots, when you're talking about, all these things that I mentioned, deep counseling sessions should only be normally men to men, women to women. If not, we need to have those safeguardings in place that I mentioned. ਤੇ ਹਰੇਕ ਚੀਜ਼ ਦੇ ਲਈ ਨਹੀਂ ਕਿ ਇਸ ਤਰੀਕੇ ਤੁਸੀਂ ਜੋ ਛੋਟੀ ਕੋਈ ਪ੍ਰੇਅਰ ਦੇ ਲਈ ਜਾਣਾ ਹੈ ਜਾਂ ਫਿਰ ਜੋ ਰੈਗੂਲਰ ਪ੍ਰੇਅਰ ਦੇ ਲਈ ਕੁਝ ਮਿਲਣ ਦੇ ਲਈ ਉਸ ਚੀਜ਼ ਤੇ ਨਹੀਂ, ਪਰ ਜਦੋਂ ਤੁਸੀਂ ਕਾਉਂਸਲਿੰਗ, ਜਦੋਂ ਕੋਈ ਸਲਾਹਕਾਰੀ ਹੈ ਤੇ ਜਿਹਦੇ ਚ ਤੁਹਾਨੂੰ ਪਤਾ ਹੈ ਕਿ ਉਹ ਆਪਣੇ ਲਾਈਫ ਬਾਰੇ ਕੁਝ ਦੱਸੇਗਾ ਜਾਂ ਫਿਰ ਹੋ ਸਕਦਾ ਕਿ ਕੋਈ ਪਾਸ ਹਿਸਟਰੀ ਕੁਝ ਨਿਕਲ ਕੇ ਜੋ ਪਰਸਨਲ ਗੱਲ ਨੇ ਉਹ ਸ਼ੇਅਰ ਕਰ ਸਕਦਾ ਹੈ, ਤੇ ਉਸ ਦੌਰਾਨ ਹਮੇਸ਼ਾ ਇਹ ਯਾਦ ਰੱਖਣਾ ਹੈ ਕਿ ਤੇ ਹੋ ਸਕੇ ਤੇ ਹਮੇਸ਼ਾ ਔਰਤ ਦੇ ਨਾਲ ਔਰਤ ਹੀ ਜਾਏ ਤੇ ਆਦਮੀ ਦੇ ਨਾਲ ਆਦਮੀ ਜਾਏ, ਤੇ ਜੋ ਬਹੁਤ ਇੰਪੋਸੀਬਲ ਹੈ ਤੇ ਫਿਰ ਐਡਜਸਟ ਕੀਤਾ ਜਾਏ। Amen. Because we don't want the enemy to have any excuse to accuse anybody, and this works well in terms of safeguarding. Because especially with new people you don't know, next thing you know, that a man or a woman might have accused you of doing something that you never did, and then there is no witness and there is nobody to say anything. You are alone with that person. That person can make up any story, man or a woman. That is why this is important. ਆਮੀਨ। ਤੇ ਇਹ ਬਹੁਤ ਜ਼ਰੂਰੀ ਹੈ ਆਪਣੇ ਆਪ ਦਾ ਬਚਾਅ ਕਰਨ ਦੇ ਲਈ ਵੀ, ਕਿਉਂਕਿ ਜਿਸ ਪਰਸਨ ਨੂੰ ਤੁਸੀਂ ਮਿਲਣ ਜਾ ਰਹੇ ਹੋ ਉਹਦੇ ਬਾਰੇ ਆਪਾਂ ਨਹੀਂ ਜਾਣਦੇ, ਮੰਨ ਲਓ ਕਿ ਤੇ ਉਹ ਕੋਈ ਵੀ ਸਟੋਰੀ ਬਣਾ ਸਕਦਾ, ਕਿਉਂਕਿ ਉੱਥੇ ਹੋਰ ਕੋਈ ਮੌਜੂਦ ਨਹੀਂ ਸੀ, ਕਿ ਸਿਰਫ ਤੁਸੀਂ ਦੋ ਹੀ ਸੀਗੇ, ਤੇ ਉਹ ਕੁਝ ਵੀ ਕਹਿ ਲਓ ਕਿ ਗਲਤ ਬੋਲ ਸਕਦਾ ਹੈ, ਕੁਝ ਵੀ ਆਪਣੇ ਆਪ ਦੀ ਇੱਕ ਕਹਾਣੀ ਬਣਾ ਕੇ ਕਿ ਉਹਦੇ ਨਾਲ ਗਲਤ ਹੋਇਆ ਜਾਂ ਫਿਰ ਕੁਝ ਵੀ, ਤੇ ਆਪਣੀ ਸੇਫਗਾਰਡ ਦੇ ਲਈ, ਆਪਣੇ ਬਚਾਅ ਦੇ ਲਈ ਇਹ ਕਰਨਾ ਜ਼ਰੂਰੀ ਹੈ ਕਿ ਸਤਰਕ ਰਹਿਣਾ। Another important practical point is that when you are counseling somebody, when you're talking to them, you need to maintain a good eye contact. Eye contact, like you can look at me in the camera now, a good eye contact. When you're talking to someone, eye contact is absolutely vital. I'm going to ask Raman and Aman to, do this in practice for us. Show us how will you do an eye contact with each other. Just have a conversation with each other, maintaining a good eye contact. ਤੇ ਜੇ ਰਮਨ ਤੇ ਅਮਨ ਬੈਠੇ, ਉਹਨਾਂ ਦੇ ਲਈ ਬ੍ਰਦਰ ਕਹਿ ਰਹੇ ਕਿ ਤੁਸੀਂ ਐਵੇਂ ਇੱਕ ਮਤਲਬ ਪ੍ਰੈਕਟੀਕਲ ਕਰਕੇ ਦੇਖੋ, ਕਿਉਂਕਿ ਤੀਸਰਾ ਜੋ ਪੁਆਇੰਟ ਆਪਾਂ ਨੂੰ ਦੱਸਿਆ ਉਹ ਹੈਗਾ ਕਿ ਇੱਕ ਗੁੱਡ ਆਈ ਕੰਟੈਕਟ, ਕਿ ਅੱਖਾਂ ਦੇ ਵਿੱਚ ਦੇਖ ਕੇ ਕੌਨਫੀਡੈਂਟਲੀ ਗੱਲ करना। अब हमें वो प्रैक्टिकल करके दिखाएंगे ना भाई, हम रमन है नमन, आप दोनों से प्रैक्टिकल करके दिखाएं, हम सब आपको देखेंगे। फिर मैं डेविड को और उनकी वाइफ को कहूँगा वो हमें प्रैक्टिकल करके दिखाएं। ठीक है, एक दो सवाल एक दूसरे से ज़रा पूछें। माइक अपना अनम्यूट कर दे चाहे, शर्माना नहीं, कोई बात नहीं, आप वैसे भी मैरिड है। You can be alone anywhere you want. ਪੁੱਛਣਾ ਹੈ ਰੋਟੀ ਬਾਰੇ। पूछना कि पास्टर कुछ भी पूछें कि आपकी प्रेयर लाइफ कैसी चल रही है, आपकी बाइबल रीडिंग कैसी चल रही है। ਰਮਨ ਤੇਰੀ ਕਿਦਾਂ, ਜਿਹੜਾ ਬਾਈਬਲ ਰੀਡਿੰਗ ਕਿਦਾਂ ਚੱਲਦੀ ਆ। ਮੇਰੀ ਵਧੀਆ ਚੱਲਦੀ ਆ, ਖੁਦਾ ਬਹੁਤ ਗੱਲਬਾਤ ਕਰਦਾ ਆ, ਔਰ ਕੁਝ ਇਦਾਂ ਦੀ ਚੀਜ਼ ਆ ਵੀ ਮੈਨੂੰ ਸਿੱਖਣ ਨੂੰ ਮਿਲਦੀ ਆ, ਕੁਝ ਨਵੀਂ ਚੀਜ਼ ਹੁੰਦੀ ਆ ਹਮੇਸ਼ਾ, ਤੇ ਇਦਾਂ ਹੁੰਦਾ ਹੈ। Praise the Lord. Praise the Lord. Well, thank you so much. Thank you. I will now ask maybe David to ask a question to Ramandeep. Show us an example of a good eye contact. ਦੇਵਿੰਦਰ ਮਿਲੀ ਤੁਹਾਡੀ ਲਾਈਫ ਚੱਲ ਰਹੀ ਹੈ? ਵਧੀਆ ਚੱਲ ਰਹੀ ਆ। ਤੇ ਸਭ ਓਕੇ ਹੈ ਲਾਈਫ ਦੇ ਵਿੱਚ, ਕੁਝ ਕਟੀ ਕਮੀ ਤਾਂ ਨਹੀਂ ਹੈ? ਨਹੀਂ, ਸਭ ਕੁਝ ਵਧੀਆ, ਖੁਦਾ ਦੀ ਕਿਰਪਾ ਮੇਰੇ ਨਾਲ ਵਿਆਹ ਕਰਾ ਕੇ ਖੁਸ਼ ਹੋ?
Praise the Lord. मुझे वो गाना याद आ गया था, नजरें मिली दिल दर का, वो जब आप लोगों ने नजरें मिलाई है ना, तो मुझे वो याद आ गया था. Praise the Lord. Eye contact is very, very important. You know, eye contact shows your seriousness, that you are listening to somebody, that you are attentive. That is why we encourage people even on Zoom that look at us, so we know that you are listening attentively. Amen. Amen. Yes. 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 Amen. Amen. Thank you, Sister Sally. ਥੈਂਕ ਯੂ ਸਰ। ਤੇ ਬ੍ਰਦਰ ਨੇ ਕਿਹਾ ਕਿ ਜੋ ਆਈ ਕੰਟੈਕਟ ਬਹੁਤ ਜ਼ਰੂਰੀ ਹੈ, ਇੰਪੋਰਟੈਂਟ ਹੈ, ਤੇ ਤਾਂ ਕਰਕੇ ਜਦ ਆਪਾਂ ਕੋਈ ਮੀਟਿੰਗ ਵੀ ਕਰਦੇ ਆ, ਜ਼ੂਮ ਮੀਟਿੰਗ ਵੀ, ਤੇ ਉਹ ਕਿਹਾ ਜਾਂਦਾ ਹੈ ਕਿ ਤੁਸੀਂ ਅੱਖਾਂ 'ਚ ਪਾ ਕੇ ਦੇਖ ਰਹੇ। And then when somebody is explaining you, listen to this. This is important. This is the fourth point, I believe. When somebody is explaining you things and they say to you, you know, I just, every time I try to read Bible, ਜਦੋਂ ਵੀ ਮੈਂ ਬਾਈਬਲ ਪੜ੍ਹਨ ਦੀ ਕੋਸ਼ਿਸ਼ ਕਰਨਾ ਵਾ, ਮੇਰੇ ਕੋਲੋਂ ਬਾਈਬਲ ਨਹੀਂ ਪੜ੍ਹੀ ਜਾਂਦੀ, ਮੈਂ ਇੱਕ ਚੈਪਟਰ ਪੜ੍ਹਨਾ ਵਾ ਤੇ ਉਹ ਵੀ ਨਹੀਂ ਪੜ੍ਹਿਆ ਜਾਂਦਾ, 4-5 ਵਰਸਿਸ ਪੜ੍ਹ ਕੇ ਮੈਂ ਬਾਈਬਲ ਥੱਲੇ ਰੱਖ ਦੇਣਾ ਵਾ, ਪਤਾ ਨਹੀਂ ਕੀ ਹੋ ਜਾਂਦਾ, ਮੇਰਾ ਦਿਮਾਗ ਭਾਰੀ ਹੋ ਜਾਂਦਾ ਹੈ, ਮੈਨੂੰ ਕੁਝ ਸਮਝ ਨਹੀਂ ਆਉਂਦੀ. ਸੋ ਦੇ ਐਕਸਪਲੇਨ ਟੂ ਯੂ देयर ਪ੍ਰੋਬਲਮ, ਦੇ ਟਾਕ ਟੂ ਯੂ, ਦੇ ਟੈਲ ਯੂ देयर ਥਿੰਗਸ, and then this is what you do. Okay, so let me say this. So what I understand is what you are saying is this, that so you try to read Bibles, after reading 4-5 verses you start to get heavy head and you cannot read anymore, so you don't even read a chapter, you only read few verses. Is that right? Did I understand that correctly? So ਤੁਸੀਂ ਦੁਬਾਰਾ ਰਿਪੀਟ ਕਰਦੇ ਹੋ ਉਹਨਾਂ ਦੀ ਚੀਜ਼, ਸਮਰਾਈਜ਼ ਕਰਕੇ ਤੁਸੀਂ ਰਿਪੀਟ ਕਰਦੇ ਹੋ ਤਾਂ ਕਿ ਉਹਨਾਂ ਨੂੰ ਪਤਾ ਚੱਲੇ ਕਿ ਤੁਸੀਂ ਸੁਣ ਰਹੇ ਹੋ ਤੇ ਤੁਹਾਨੂੰ ਸਮਝ ਆ ਰਹੀ ਹੈ, ਤਾਂ ਕਿ ਤੁਸੀਂ ਰੂਟ ਤੱਕ ਪਹੁੰਚ ਸਕੋ ਉਸ ਚੀਜ਼ ਦੇ. ठीक है, that is important. The eye contact, the body language in counseling is very, very, very important. You want to give your full attention to somebody and you want to genuinely be interested in their life. Genuinely ਕਿਸੇ ਦੀ ਜ਼ਿੰਦਗੀ ਦੇ ਬਾਰੇ 'ਚ ਇੰਟਰਸਟ ਲੈ ਕੇ ਉਸ ਚੀਜ਼ ਨੂੰ ਸਮਝਣਾ ਹੈ. ਠੀਕ ਹੈ, ਸਿਨ ਛੋਟੀ ਮੋਟੀ ਚੀਜ਼ਾਂ ਤੇ ਅਸੀਂ ਡੀਲ ਕਰਦੇ ਰਹਾਂਗੇ, ਲੇਕਿਨ ਇਹ ਜਿਹੜੀ ਕਾਉਂਸਲਿੰਗ ਹੈ ਨਾ, ਨੈਕਸਟ ਲੈਵਲ ਤੇ ਤੁਸੀਂ ਵੱਡੇ ਵੱਡੇ ਪ੍ਰੋਬਲਮ ਜਿਹੜੀਆਂ ਆਉਣਗੀਆਂ ਕਿਸੇ ਦੀ ਜ਼ਿੰਦਗੀ 'ਚ, ਉਹਨਾਂ ਦੇ ਨਾਲ ਤੁਸੀਂ ਡੀਲ ਕਰੋਗੇ. ਸੋ ਵੈਨ ਯੂ ਆਰ ਡੀਲਿੰਗ ਐਟ ਅ ਡੀਪਰ ਲੈਵਲ ਵਿਦ ਪ੍ਰੋਬਲਮਸ ਇਨ ਕਾਉਂਸਲਿੰਗ, you need to understand these things, you need to repeat, and sometimes you need to have a notebook or something so you can write things down, you know, but don't write something personal. And if you are writing, you tell that person that, look, this is my personal book, I'm not going to show it to somebody, this is for my own records so I can pray for you. ਇਹ ਚੀਜ਼ਾਂ ਬਹੁਤ ਜ਼ਰੂਰੀ ਹੈ ਕਿ ਇੱਕ ਆਈ ਕੰਟੈਕਟ ਜਾਂ ਆਪਣਾ ਬੋਡੀ ਲੈਂਗੁਏਜ। ਤੇ ਬ੍ਰਦਰ ਨੇ ਕਿਹਾ ਕਿ ਜੋ ਚੌਥਾ ਪੁਆਇੰਟ ਆਪਾਂ ਨੂੰ ਦੱਸਿਆ ਬਹੁਤ ਇੰਪੋਰਟੈਂਟ ਹੈ ਕਿ ਜਦ ਆਪਾਂ ਉਹਨਾਂ ਨਾਲ ਗੱਲ ਕਰਦੇ ਤੇ ਉਹਨੂੰ ਇੱਕ ਵਾਰੀ ਕਹਿ ਲਓ ਕਿ ਰੀਕਨਫਰਮੇਸ਼ਨ ਦੇ ਲਈ ਉਸ ਚੀਜ਼ ਨੂੰ ਕਿ ਇਹ ਸਹੀ ਗੱਲ ਹੈ ਜੋ ਉਹਨੇ ਕਹੀ, ਕਿ ਆਪਾਂ ਸਮਝ ਗਏ, ਕਿ ਐਵੇਂ ਨਾ ਹੋਏ ਕਿ ਆਪਾਂ ਕੁਝ ਹੋਰ ਸਮਝ ਰਹੇ ਹਾਂ, ਤੇ ਉਹਨੂੰ ਇਹ ਦਿਖਾਉਣ ਲਈ, ਉਹਨੂੰ ਫੀਲ ਕਰਾਉਣ ਦੇ ਲਈ ਕਿ ਉਹਨੂੰ ਅਟੈਂਸ਼ਨ ਦਿੱਤੀ ਜਾ ਰਹੀ, ਉਹਦੀ ਗੱਲ ਸਮਝੀ ਜਾ ਚੁੱਕੀ ਹੈ, ਤੇ ਉਹਨੂੰ ਸਮਰਾਈਜ਼ ਕਰਕੇ ਇੱਕ ਵਾਰੀ ਦੁਬਾਰਾ ਬੋਲਣਾ, ਜਿਵੇਂ ਬ੍ਰਦਰ ਨੇ ਸਿਖਾਇਆ। ਤੇ ਹੋ ਸਕੇ ਤੇ ਆਪਾਂ ਨੋਟਸ ਵੀ ਬਣਾ ਸਕਦੇ ਆ, ਪਰ ਜੇ ਨੋਟਸ ਕੁਝ ਐਸਾ ਹੈ ਜਿਹਦੇ ਵਿੱਚ ਤੁਸੀਂ ਉਹਦੇ ਬਾਰੇ ਕੁਝ ਪਰਸਨਲੀ ਲਿਖਿਆ, ਤੇ ਤੁਸੀਂ ਉਹਨੂੰ ਇਨਫੋਰਮ ਕਰ ਸਕਦੇ, ਦੱਸ ਸਕਦੇ ਹੋ ਕਿ ਮੇਰੀ ਪਰਸਨਲ ਬੁੱਕ ਹੈ, ਇਹਨੂੰ ਕੋਈ ਨਹੀਂ ਦੇਖੇਗਾ। Number 5 is, do not come across judgmental. We are not judging people in counseling. We are not passing judgments upon people. We are not there to make them feel bad. We are not there to make them feel guilty. We are not there to, we are there to bring awareness. Yes, we are there to bring conviction, but that is the word of God that will do that. It's the Holy Spirit who will do that. But we are not there to judge. Oh, तू तो है ही झूठा, तू तो है ही गलत, तू तो बड़ी गलत की है, तू तो गुनाहगार है, तेन तौबा करनी चाहिए, तू तो नरक चल जाएगा, चीज़ां तो वाल जे तू चीज़ां करता रहे हैं. ठीक है ना. We are not there to judge people. We are not there to come across judgmental. Our counseling needs to be in love, with affection, with humility. Amen. ਆਪਾਂ ਨੂੰ ਕੀ ਕਰਨਾ ਕਿ ਦੀਨਤਾਈ ਦੇ ਨਾਲ ਤੇ ਪ੍ਰੇਮ ਦੇ ਨਾਲ ਉਹਨਾਂ ਨੂੰ ਸਮਝਾਉਣਾ ਹੈ, ਤੇ ਉੱਥੇ ਐਵੇਂ ਨਹੀਂ ਕਿ ਕਿਸੇ ਨੂੰ ਨਿਆਂ ਨਹੀਂ ਕਰਨਾ, ਪਰ ਉਹਨਾਂ ਦਾ
ਕਿ ਆਪਾਂ ਉੱਥੇ ਨਿਆਂ ਕਰਨ ਬੈਠ ਜਾਈਏ ਕਿ ਹਾਂ ਤੂੰ ਤਾਂ ਗਲਤ ਹੈ, ਤੂੰ ਝੂਠ ਬੋਲਿਆ, ਤੂੰ ਆਪ ਤੇਰੇ ਨਾਲ ਐਵੇਂ ਹੀ ਹੋਣਾ ਚਾਹੀਦਾ ਸੀਗਾ, ਜਾਂ ਫਿਰ ਤੈਨੂੰ ਤਾਂ ਪਛਤਾਪ ਕਰਨਾ ਪਏਗਾ, ਤੈਨੂੰ गिड़गिड़ाना पड़ेगा, कुछ भी, क्योंकि आप जो कन्विक्शन है, जो अंतर आत्मा, जो रूह दे नाल गल कर रहे हो, पवित्र आत्मा करेगा, उन्हां दे मन नूं पवित्र आत्मा बदलेगा। अपना सिर्फ आपां नूं इन्ना करना कि प्रेम दे नाल ते दीनताई दे नाल उन्हां नूं समझाउणा है उन्हां दी, या फिर दिखाउणा उन्हां दी गलती बारे, पर जजमेंट नहीं करनी, उन्हां नूं गिल्टी शेम फील नहीं करवाना। Amen. Praise the Lord. I'm going to give you some questions as a homework for this assignment, and I'm going to record this part as well, so people who will watch this in future will have to do this question. So you may want to write this down. After these questions I will stop the recording and then we can take questions. So firstly, you need to give a definition of counseling. What is counseling? Question number 1, what is counseling? हिंदी में सलाहकारी क्या है? पंजाबी में सलाहकारी की है? उर्दू में सलाहकारी किसे कहते हैं? Question number 2, what is the aim of counseling? What is the aim of counseling? सलाहकारी च असी की कर रहे हैं और मकसद की है सलाहकारी करन दा? Question number 3, why is Christian counseling different from secular counseling? ਜਿਹੜੀ ਮਸੀਹੀ ਕਾਉਂਸਲਿੰਗ ਹੈ ਉਹ ਸੈਕੂਲਰ ਕਾਉਂਸਲਿੰਗ ਜਾਂ ਜਿਹੜੀ ਮਾਸ਼ਰੇ ਦੀ ਕਾਉਂਸਲਿੰਗ ਹੈ ਜਾਂ ਦੁਨਿਆਵੀ ਕਾਉਂਸਲਿੰਗ ਹੈ, ਪ੍ਰੋਫੈਸ਼ਨਲ ਕਾਉਂਸਲਿੰਗ, ਉਹਨਾਂ ਤੋਂ ਕਿਉਂ ਡਿਫਰੈਂਟ ਹੈ? Question number 4, what is not the aim of Christian counseling? Christian counseling ਦਾ ਕੀ ਏਮ ਨਹੀਂ ਹੈ, ਕਿ ਅਸੀਂ ਉਹਦੇ ਤੋਂ ਕੀ ਅਚੀਵ ਨਹੀਂ ਕਰਨਾ ਚਾਹੁੰਦੇ? What is not the aim of Christian counseling? ਕਿ ਇਹਦਾ ਕੀ ਮਕਸਦ, ਕੋਈ ਐਸੀ ਚੀਜ਼ ਜਿਹੜੀ ਇਹਦਾ ਮਕਸਦ ਨਹੀਂ ਹੈ ਕਿ ਅਸੀਂ ਇਹ ਕਰੀਏ ਕ੍ਰਿਸਚਨ ਕਾਉਂਸਲਿੰਗ ਦੇ ਨਾਲ? Then question number 5, I believe, what are the characteristics of demonic activity? ਅਸੀਂ ਕਿਸ ਤਰ੍ਹਾਂ ਪਛਾਣ ਸਕਨੇ ਆ ਕਿ ਕਿਸੇ ਦੀ ਜ਼ਿੰਦਗੀ 'ਚ ਦੁਸ਼ਟ ਆਤਮਾ ਕੰਮ ਕਰ ਰਹੀ ਹੈ ਜਾਂ ਦੁਸ਼ਟ ਆਤਮਾ ਮੌਜੂਦ ਹੈ? ਉਹ ਕਿਹੜੀ ਨਿਸ਼ਾਨਦੇਹੀਆਂ ਨੇ ਜਿਹੜੀ ਸਾਨੂੰ ਦੱਸਦੀਆਂ ਨੇ ਕਿ ਕਿਸੇ ਦੀ ਜ਼ਿੰਦਗੀ 'ਚ ਦੁਸ਼ਟ ਆਤਮਾ ਹੈ, ਦੁਸ਼ਟ ਆਤਮਾ ਦਾ ਕੰਮ ਹੋ ਰਿਹਾ? Then question number, I believe it is question number 6, is that right? Yes. What are the 6 signs for curses? ਕਿਹੜੀ 6 ਨਿਸ਼ਾਨੀਆਂ ਨੇ curses ਦੀਆਂ? curses ਯਾਨੀ ਸ਼ਰਾਪ ਦੀ 6 ਨਿਸ਼ਾਨੀਆਂ ਕਿਹੜੀਆਂ ਨੇ? ਠੀਕ ਹੈ? And then question number 7, what are the 5 most important practical tips that I mentioned? 5 most important practical tips, 5 practical tips ਜਿਹੜੀਆਂ ਨੇ ਉਹ ਕੀ ਸਨ, ਜਿਹੜੀ ਐਂਡ 'ਚ ਮੈਂ ਮੈਂਸ਼ਨ ਕੀਤੀਆਂ ਸਨ, practical tips. Okay, praise the Lord. These are the questions for this teaching that you can hand in, and then we can assess that if you have watched this video. Thank you.